ਵਾਈਆਂ। ਤੂੰ ਪਰਬਤ ਮੇਰਾ ਔਲਾ। ਪਾਵਨ ਸ਼ਬਦ ਧੰਨ ਗੁਰੂ ਅਰਜਨ ਦੇਵ ਜੀ ਦਾ ਬਖਸ਼ਿਸ਼ ਕੀਤਾ ਹੋਇਆ, ਜਿਸ ਦੀਆਂ 3 ਪੌੜੀਆਂ ਦੀ ਵਿਚਾਰ ਆਪਾਂ ਕੱਲ ਸੰਗਤਾਂ ਦੇ ਸੰਯੋਗ ਦੇ ਨਾਲ ਵਿਚਾਰਨਾ ਕੀਤੀ ਹੈ, ਸਰਵਣ ਕੀਤੀ ਹੈ। ਹੋ ਵਾਰੀ ਵਈਆਂ ਘੋਲੀ ਵਈਆਂ, ਤੂੰ ਪਰਬਤ ਮੇਰਾ ਓਲਾ ਰਾਮ। ਓਲਾ ਕਹਿੰਦੇ ਨੇ ਪਰਦੇ ਨੂੰ, ਪਰਦਾ ਢੱਕਣ ਵਾਲਾ। ਤੇ ਪਰਦਾ ਢੱਕਣ ਵਾਲਾ ਕਿਤਨਾ ਕੁ ਵੱਡਾ ਹੈ, ਪਰਬਤ ਦੇ ਸਮਾਨ। ਜਿਵੇਂ ਵੇਖੋ ਹਿਮਾਲਿਆ ਪਰਬਤ ਹੈ, ਸੁਮੇਰ ਪਰਬਤ ਹੈ, ਇਹਨਾਂ ਦੇ ਦੂਸਰੇ ਪਾਸੇ ਕੋਈ ਚੀਜ਼ ਹੋਵੇ ਤੇ ਉਸ ਨੂੰ ਵੇਖਣ ਦੇ ਲਈ ਸਾਡੀਆਂ ਅੱਖਾਂ ਜਿਹੜੀਆਂ ਨੇ ਉਹ ਸਮਰੱਥ ਨਹੀਂ ਰਹਿੰਦੀਆਂ। ਸੋ ਗੁਰੂ ਮਹਾਰਾਜ ਜੀ ਜਦੋਂ ਆਪਣੇ ਗੁਰਮੁਖ ਪਿਆਰਿਆਂ ਦੇ ਪਰਦੇ ਰੱਖਦੇ ਨੇ, ਫਿਰ ਇਸ ਤਰ੍ਹਾਂ ਸੰਸਾਰਿਕ ਅੱਖਾਂ ਨੇ ਜਿਹੜੀਆਂ ਉਹ ਵੇਖਣ ਦੇ ਸਮਰੱਥ ਹੀ ਨਹੀਂ ਰਹਿੰਦੀਆਂ। ਇਹ ਪਾਵਨ ਸ਼ਬਦ ਜਿਸ ਦੀਆਂ ਆਪਾਂ ਨੇ ਵਿਚਾਰਾਂ ਕੱਲ੍ਹ ਦੀਆਂ ਪ੍ਰਾਰੰਭ ਕੀਤੀਆਂ ਹੋਈਆਂ ਨੇ, ਇਸ ਦੇ ਅੰਦਰ ਪ੍ਰਭੂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਜਸ ਗਾਇਨ ਕੀਤਾ ਹੈ। ਤੂੰ ਠਾਕੁਰੋ ਬੈਰਾ ਗੁਰੂ, ਮੈਂ ਜਿਹੀ ਕਣ ਚੇਰੀ ਰਾਮ। ਵਾਹਿਗੁਰੂ ਤੂੰ ਸਾਨੂੰ ਆਸਰਾ ਦੇਣ ਵਾਲਾ ਹੈ, ਤੂੰ ਸਾਨੂੰ ਵਿਰਾਗ ਦੀ ਦਾਤ ਬਖਸ਼ਿਸ਼ ਕਰਨ ਵਾਲਾ ਹੈ। ਭਾਵ ਇਹ ਕਿ ਉਸ ਪ੍ਰਭੂ ਪਰਮਾਤਮਾ ਦਾ ਜਸ ਜੋ ਅਸੀਂ ਕਰਦੇ ਹਾਂ, ਉਸ ਦੇ ਅੰਦਰ ਕੋਈ ਤਮੰਨਾ ਹੈ ਵੀ ਅਸੀਂ ਉਸ ਦਾ ਜਸ ਕਰੀਏ? ਉਹ ਵਡਿਆਈ ਦਾ ਭੁੱਖਾ ਹੈ? ਨਹੀਂ, ਉਹ ਵਡਿਆਈ ਦਾ ਭੁੱਖਾ ਵੀ ਨਹੀਂ, ਤੇ ਉਸ ਦੇ ਅੰਦਰ ਰੰਚਕ ਮਾਤਰ ਵੀ ਇਹ ਤਮੰਨਾ ਨਹੀਂ, ਤਮਾ ਨਹੀਂ ਹੈਗੀ ਵੀ ਮੇਰਾ ਕੋਈ ਜਸ ਕਰੇ। ਤੇ ਫਿਰ ਜਸ ਕਰਦੇ ਹੋਇਆਂ ਅਸੀਂ ਉਹਨੂੰ ਕਹਿ ਵੀ ਬੇਅੰਤ ਦਿੰਦੇ ਹਾਂ। ਜਿਹੜਾ ਬੇਅੰਤ ਹੈ, ਜਿੰਦਾ ਅੰਤ ਹੀ ਕੋਈ ਨਹੀਂ, ਜਿਹਨੂੰ ਕਥੇ ਹੀ ਨਹੀਂ ਜਾ ਸਕਦਾ, ਫਿਰ ਉਹਨੂੰ ਕਥਨ ਦੀ ਕਿਉਂ ਲੋੜ ਪਈ? ਅਤੁੱਲ ਕਿਉਂ ਤੋਲੀਐ? ਗੁਰਬਾਣੀ ਦੇ ਅੰਦਰ ਫਰਮਾਨ ਆਉਂਦਾ ਹੈ, ਨਾ ਤੋਲੇ ਜਾਣੇ ਵਾਲੇ ਨੂੰ ਫਿਰ ਤੋਲੀਏ ਕਿਉਂ? ਭਾਵ ਉਹਦਾ ਜਸ ਹੀ ਕਿਉਂ? ਵਿਣ ਤੋਲੇ ਪਾਇਆ ਨਾ ਜਾਏ। ਜਦੋਂ ਤੱਕ ਅਸੀਂ ਉਸ ਦਾ ਜਸ ਨਹੀਂ ਗਾਇਨ ਕਰਦੇ, ਉਦੋਂ ਤੱਕ ਉਸ ਦੀ ਪ੍ਰਾਪਤੀ ਨਹੀਂ ਹੁੰਦੀ। ਇੱਕ ਸੱਚੇ ਸਤਿਗੁਰ ਨੇ ਸਾਨੂੰ ਸਾਧਨ ਦਿੱਤਾ ਹੋਇਆ ਹੈ, ਜੋ ਉਸ ਪ੍ਰਭੂ ਮਾਰਗ 'ਤੇ ਚੱਲਣ ਵਾਲਿਆਂ ਦੇ ਲਈ ਸਹਾਇਕ ਹੈ, ਮਦਦਗਾਰ ਹੈ। ਇਸ ਦੇ ਲਈ ਅਸੀਂ ਉਸ ਪ੍ਰਭੂ ਪਰਮਾਤਮਾ ਦਾ ਜਸ ਗਾਇਨ ਕਰਦੇ ਹਾਂ। ਜੇ ਜਸ ਨਹੀਂ ਗਾਇਨ ਕਰਦੇ ਤੇ ਸਾਡੀ ਸੁਰਤ ਜਿਹੜੀ ਇਹ ਰੁਕੀ ਰਹਿੰਦੀ ਹੈ। ਸੁਰਤ ਜਿਹੜੀ ਇਹ ਤੁਰਦੀ ਨਹੀਂ, ਇਹ ਰੁਕੀ ਰਹਿੰਦੀ ਹੈ। ਇਸ ਸੁਰਤ ਦੇ ਪਰਥਾਏ ਭਗਤ ਕਬੀਰ ਜੀ, ਜਿਨ੍ਹਾਂ ਨੂੰ ਸ਼੍ਰੋਮਣੀ ਭਗਤਾਂ ਦੀ ਗਿਣਤੀ ਵਿੱਚ ਲਿਖਿਆ ਜਾਂਦਾ ਹੈ, ਮੰਨਿਆ ਜਾਂਦਾ ਹੈ, ਜਿਹੜੇ ਹਨ ਵੀ ਸ਼੍ਰੋਮਣੀ ਭਗਤ, ਉਹਨਾਂ ਨੇ 4 ਸ਼ਲੋਕ ਰਚਨਾ ਕੀਤੇ ਨੇ, ਜਿਨ੍ਹਾਂ ਦੇ ਵਿੱਚ ਸੁਰਤ ਨੂੰ ਤੋਰਨ ਦੇ ਬਾਬਤ ਭਗਤ ਜੀ ਨੇ ਆਪਣੀਆਂ ਵਿਚਾਰਾਂ ਦਿੱਤੀਆਂ ਨੇ। ਭਗਤ ਜੀ ਪਹਿਲਾ ਸ਼ਲੋਕ ਲਿਖਦੇ ਨੇ, ਕਬੀਰ ਰੋੜਾ ਹੋਏ ਰਹੋ ਬਾਟ ਕਾ, ਤਾਜੇ ਮਨ ਕਾ ਅਪਮਾਨ। ਅਪਮਾਨ ਦਾ ਅਰਥ ਹੈ ਹੰਕਾਰ। ਹੰਕਾਰ ਕਾਹਦਾ ਹੈ? ਭਜਨ ਕਰਨ ਦਾ ਹੰਕਾਰ ਹੈ, ਨਾਮ ਜਪਣ ਦਾ ਹੰਕਾਰ ਹੈ ਵੀ ਮੈਂ ਬੜਾ ਨਾਮ ਜਪਦਾ, ਮੈਂ ਬੜਾ ਭਜਨ ਕਰਦਾ। ਵਿਦਿਆ ਦਾ ਬੜਾ ਹੰਕਾਰ ਹੈ ਵੀ ਮੇਰੇ ਵਰਗਾ ਵਿਦਵਾਨ ਵੀ ਕੋਈ ਨਹੀਂ। ਹੋਰ ਅਨੇਕ ਪ੍ਰਕਾਰ ਦੇ ਹੰਕਾਰ ਨੇ। ਸੇਵਾ ਦਾ ਵੀ ਹੰਕਾਰ ਹੋ ਜਾਂਦਾ ਹੈ, ਧਨ ਦੌਲਤ ਦਾ, ਜਾਇਦਾਦ ਦਾ, ਇਹ ਸਾਰੇ ਹੰਕਾਰ ਨੇ। ਤੇ ਭਗਤ ਜੀ ਨੇ ਆਪਣੇ ਆਪ ਨੂੰ ਆਖਿਆ ਵੀ ਤੂੰ ਇਸ ਤਰ੍ਹਾਂ ਕਰ, ਇਸ ਹੰਕਾਰ ਦੀ ਇੱਟ ਨੂੰ ਨਾ ਘਸਾਣਾ ਸ਼ੁਰੂ ਕਰ ਦੇ। ਘਸਾ ਘਸਾ ਕੇ ਇਸ ਨੂੰ ਇੱਟ ਤੂੰ ਰੋੜਾ ਬਣਾ ਲਾ। ਵੇਖੋ ਭਾਈ, ਜੇ ਤਾਂ ਵਿਚਾਰਾਂ ਦੇ ਨਾਲ ਜੁੜੋਗੇ ਤੇ ਸਮਝ ਆ ਜਾਵੇਗੀ, ਨਹੀਂ ਤਾਂ ਮੈਂ ਕਹਿ ਕੇ ਚਲਾ ਜਾਵਾਂਗਾ, ਤੁਸੀਂ ਸੁਣ ਕੇ ਚਲੇ ਜਾਓਗੇ। ਸਮਾਂ ਜ਼ਰੂਰ ਪਾਸ ਹੋ ਜਾਏਗਾ, ਸਮਾਂ ਬਤੀਤ ਜਾਏਗਾ। ਸਾਡੀ ਉਮਰ ਦੇ ਕੁਝ ਮਿੰਟ, ਸਕਿੰਟ, ਘੰਟੇ ਜਿਹੜੇ ਨੇ ਉਹ ਗੁਜ਼ਰ ਜਾਣਗੇ, ਪਰ ਜੋ ਅਸੀਂ ਪ੍ਰਾਪਤੀ ਕਰਨੀ ਹੈ ਉਹ ਨਹੀਂ ਹੋਏਗੀ। ਸੁਰਤ ਨਹੀਂ ਤੁਰੇਗੀ।
ਸੁਰਤ ਨੂੰ ਤੋਰਨਾ ਹੀ ਸਾਡੀ ਪ੍ਰਾਪਤੀ ਹੈ। ਭਾਵੇਂ ਥੋੜੀ ਤੁਰੇ ਤੇ ਭਾਵੇਂ ਜ਼ਿਆਦੀ ਤੁਰੇ, ਯਤਨ ਇਹ ਹੈ ਕਿ ਸਾਡੀ ਸੁਰਤ ਤੁਰ ਪਵੇ। ਨਹੀਂ ਤਾਂ ਜਿਵੇਂ ਖੜਾ ਪਾਣੀ ਗੰਦਾ ਹੋ ਜਾਂਦਾ ਹੈ, ਉਸ ਤਰ੍ਹਾਂ ਖੜੀ ਹੋਈ ਰੁਕੀ ਹੋਈ ਸੁਰਤ ਵੀ ਜਿਹੜੀ ਹੈ ਇਹ ਗੰਦੀ ਹੋ ਜਾਂਦੀ ਹੈ। ਭਗਤ ਜੀ ਕਹਿੰਦੇ ਨੇ, ਕਬੀਰ ਰੋੜਾ ਹੋਏ ਰਹੋ ਬਾਟਕਾ, ਤਜ ਮਨ ਕਾ ਅਭਿਮਾਨ। ਬਈ ਆਪਣੇ ਅੰਦਰ ਦੇ ਹੰਕਾਰ ਨੂੰ ਇਤਨਾ, ਆਪਣੇ ਅੰਦਰ ਦੇ ਅਪਮਾਨ ਨੂੰ ਇਤਨਾ ਕਸਾਣਾ ਸ਼ੁਰੂ ਕਰਦੇ, ਇਤਨਾ ਕਸਾਣਾ ਸ਼ੁਰੂ ਕਰਦੇ ਕਿ ਇਹ ਜਿਹੜਾ ਇੱਟ ਹੈ ਇਹ ਕੱਸ ਕੇ ਰੋੜਾ ਬਣ ਜਾਵੇ। ਐਸਾ ਭਗਤ ਜੀ ਅੱਗੇ ਕਹਿੰਦੇ ਨੇ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਜੇ ਕੋਈ ਇਸ ਤਰ੍ਹਾਂ ਦੇ ਦਾਸਾ ਭਾਵ ਦੇ ਵਿੱਚ ਹੋ ਜਾਵੇ ਨਾ ਤੇ ਫਿਰ ਉਸ ਨੂੰ ਪਰਮਾਤਮਾ ਮਿਲੇਗਾ। ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ, ਉਹਨੂੰ ਫਿਰ ਪਰਮਾਤਮਾ ਮਿਲ ਜਾਂਦਾ ਹੈ। ਹੁਣ ਇਹ ਵੇਖੋ, ਇਹ ਵੀ ਭਗਤ ਕਬੀਰ ਜੀ ਨੇ ਆਖਿਆ ਨਾ। ਦਾਸ ਨੇ ਪਹਿਲੂ ਬੇਨਤੀ ਕਰ ਦਿੱਤੀ, ਇੱਕ ਵਾਰੀ ਮੈਂ ਫਿਰ ਬੇਨਤੀ ਕਰਾਂ। ਮਨੁੱਖ ਜਿਹੜਾ ਹੈ ਨਾ, ਅੱਜ ਦੇ ਸ਼ਲੋਕਾਂ ਤੋਂ ਆਪਾਂ ਨੂੰ ਇਹੀ ਗਿਆਨ ਮਿਲੇਗਾ ਕਿ ਮਨੁੱਖ ਨੂੰ ਜਿੰਨਾ ਗਿਆਨ ਹੁੰਦਾ ਹੈ ਨਾ, ਉਹ ਉਸ ਗਿਆਨ ਨੂੰ ਆਪਣਾ ਆਖਰੀ ਗਿਆਨ ਮੰਨ ਲੈਂਦਾ ਵੀ ਬਸ ਇਹੀ ਗਿਆਨ ਹੈ, ਇਸ ਤੋਂ ਅੱਗੇ ਗਿਆਨ ਹੀ ਕੋਈ ਨਹੀਂ। ਤੇ ਜਦੋਂ ਉਸ ਤੋਂ ਅੱਗੇ ਸੁਰਤ ਜਾਂਦੀ, ਅੱਗੇ ਗਿਆਨ ਪ੍ਰਾਪਤ ਹੁੰਦਾ, ਤੇ ਫਿਰ ਕਹਿੰਦਾ ਨਹੀਂ, ਉਹ ਗਿਆਨ ਸੀ ਜਿਹੜਾ ਉਹ ਤਾਂ ਥੋੜਾ ਸੀ, ਆਹ ਗਿਆਨ ਉਦੋਂ ਵਧੀਆ ਹੈ। ਇਹਦੇ ਲਈ ਫਿਰ ਮੈਂ ਨੁਕਤਾ ਪੇਸ਼ ਕਰਦਾ। ਬੇਰੀ ਏ ਤੇ 2-4 ਬੱਚੇ ਨੇ, ਉਹਨਾਂ ਨੇ ਦੂਰੋਂ ਬੇਰੀ ਨੂੰ ਵੇਖ ਲਿਆ। ਹੁਣ ਬੇਰੀ ਦੇ ਥੱਲੇ ਤਾਂ ਭਾਈ ਬੇਰੀ ਹੋਣਗੇ। ਸਾਰੇ ਬੱਚੇ ਭੱਜ ਕੇ ਗਏ ਨੇ। ਬੱਚੇ ਨੇ ਜਦੋਂ ਚੁੱਕਿਆ, ਪਹਿਲਾ ਬੇਰ ਉਹਨੂੰ ਕੱਚਾ ਮਿਲ ਗਿਆ ਤੇ ਦੂਜਾ ਬੇਰ ਉਹਨੂੰ ਥੋੜਾ ਜ਼ਿਆਦਾ ਪੱਕਾ ਮਿਲ ਗਿਆ। ਹੁਣ ਇਹਨੇ ਕੱਚਾ ਬੇਰ ਹੀ ਜਿਹੜਾ ਉਹ ਸੱਟ ਦਿੱਤਾ। ਆਪਾਂ ਕੱਚਾ ਕਿਉਂ ਖਾਈਏ, ਪੱਕਾ ਹੈਗਾ ਨਾ। ਉਸ ਤੋਂ ਜ਼ਿਆਦਾ ਪੱਕਾ ਮਿਲਿਆ ਤੇ ਫਿਰ ਉਹ ਅੱਧਖੜ ਕੱਚਾ ਸੀ ਜਿਹੜਾ ਉਹ ਸੱਟ ਦਿੱਤਾ ਵੀ ਆਪਾਂ ਤੇ ਆਹ ਖਾਣਾ ਹੈ। ਫਿਰ ਉਸ ਤੋਂ ਵੀ ਜ਼ਿਆਦਾ ਵਧੀਆ, ਜਿਹਨੂੰ ਤੋਤੇ ਨੇ ਵੀ ਨਹੀਂ ਟੁਕਿਆ, ਕੋਈ ਦਾਗ ਵੀ ਨਹੀਂ ਲੱਗਿਆ, ਫਿਰ ਉਹ ਮਿਲ ਗਿਆ ਤੇ ਫਿਰ ਉਹ ਵੀ ਸੱਟ ਦਿੱਤਾ ਹੈ। ਜਦੋਂ ਮਨੁੱਖ ਨੂੰ ਚੰਗੀ ਚੀਜ਼ ਮਿਲਦੀ ਜਾਵੇ ਨਾ ਤੇ ਫਿਰ ਉਹ ਮਾੜੀ ਚੀਜ਼ ਨੂੰ ਪਿੱਛੇ ਤਿਆਗਦਾ ਜਾਂਦਾ ਹੈ। ਹੁਣ ਭਗਤ ਜੀ ਵੇਖੋ, ਆਪਦੀ ਬਾਣੀ ਦੇ ਅੰਦਰ ਲਿਖਦੇ ਨੇ ਤੇ ਧੰਨ ਗੁਰੂ ਅਰਜਨ ਦੇਵ ਜੀ ਨੇ ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਭਗਤਾਂ ਦੇ ਸ਼ਲੋਕਾਂ ਦੇ ਵਿੱਚ ਦਰਜ ਕੀਤਾ। ਕਬੀਰ ਰੋੜਾ ਹੋਏ ਰੋ ਬਾਟਕਾ, ਤਜ ਮਨ ਕਾ ਅਪਮਾਨ। ਭਾਈ ਆਪਣਾ ਹੰਕਾਰ ਛੱਡ, ਇਸ ਇੱਟ ਨੂੰ ਘਸਾ ਘਸਾ ਕੇ ਨਾ ਇੱਕ ਰੋੜਾ ਬਣਾ ਲਾ। ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਜੇ ਇਸ ਤਰ੍ਹਾਂ ਦਾ ਕੋਈ ਦਾਸ ਹੋਵੇਗਾ ਨਾ, ਉਹਨੂੰ ਰੱਬ ਮਿਲ ਜਾਏਗਾ। ਹੁਣ ਭਗਤ ਜੀ ਨੇ ਇਹਨੂੰ ਆਖਰੀ ਗਿਆਨ ਸਮਝ ਲਿਆ ਵੀ ਮੈਂ ਆਪਣੇ ਅੰਦਰ ਦੇ ਹੰਕਾਰ ਨੂੰ ਘਸਾ ਕੇ ਜਦੋਂ ਰੋੜਾ ਬਣਾ ਲਿਆ ਨਾ, ਮੈਨੂੰ ਰੱਬ ਮਿਲ ਜਾਣਾ ਹੈ। ਕਿਉਂਕਿ ਗੁਰਬਾਣੀ ਜਿਹੜੀ ਸਾਰੀ ਆਪ ਤੇ ਲਿਖੀ ਹੈ, ਦੂਜੇ ਤੇ ਨਹੀਂ ਲਿਖੀ ਗਈ, ਆਪ ਵਾਸਤੇ ਲਿਖੀ ਹੈ। ਫਿਰ ਜਦੋਂ ਭਗਤ ਕਬੀਰ ਜੀ ਦੀ ਸੁਰਤ ਅੱਗੇ ਹੋਰ ਗਈ ਤੇ ਉਹਨਾਂ ਨੂੰ ਅੱਗੇ ਹੋਰ ਗਿਆਨ ਆਇਆ ਤੇ ਫਿਰ ਇਹ ਗਿਆਨ ਹੁਣ ਭਗਤ ਜੀ ਨੇ ਛੱਡਦੇ ਨੇ। ਸ਼ਲੋਕ ਪਿੱਛੇ ਰਹਿ ਜਾਣਾ। ਅਗਲਾ ਸ਼ਲੋਕ ਫਿਰ ਭਗਤ ਜੀ ਉਚਾਰਨ ਕਰਦੇ ਨੇ, ਕਬੀਰ ਰੋੜਾ ਹੁਆ ਤਾਂ ਕਿਆ ਭਇਆ। ਭਈ ਜੇ ਹੰਕਾਰ ਨੂੰ, ਆਪਣੇ ਅੰਦਰ ਦੇ ਮਾਨ ਨੂੰ ਘਸਾ ਕੇ ਤੂੰ ਰੋੜਾ ਬਣਾ ਲਿਆ ਤੇ ਫਿਰ ਕੀ ਹੋ ਗਿਆ? ਕੋਈ ਬਾਹਲੀ ਵੱਡੀ ਗੱਲ ਨਹੀਂ ਹੋਈ, ਤੂੰ ਬਾਹਲਾ ਚੰਗਾ ਨਹੀਂ ਹੋਇਆ। ਕਿਉਂ ਨਹੀਂ ਚੰਗਾ ਹੋਇਆ? ਪੰਥੀ ਕੋ ਦੁੱਖ ਦੇ, ਤੂੰ ਤਾਂ ਰਸਤੇ ਦੇ ਵਿੱਚ ਰੋੜੇ ਖਿਲਾਰ ਲਏ ਨੇ ਜਿਹੜੇ ਤੈਨੂੰ ਦੁੱਖ ਦੇ ਰਹੇ ਨੇ। ਪਹਿਲੋਂ ਇੱਟਾਂ ਸੀ, ਉਹਨਾਂ ਨੂੰ ਘਸਾ ਕੇ ਰੋੜੇ ਬਣਾ ਦਿੱਤਾ ਤੇ ਇੱਟਾਂ ਦੇ ਵੀ ਠੁੱਡੇ ਲੱਗਦੇ ਸੀ ਤੇ ਠੁੱਡੇ ਹੁਣ ਮਿੱਤਰਾ ਰੋੜਿਆਂ ਦੇ ਵੀ ਲੱਗੀ ਜਾਂਦੇ ਨੇ। ਠੁੱਡੇ ਅਜੇ ਵੱਜੀ ਜਾਂਦੇ ਨੇ, ਠੁੱਡੇ ਵੱਜਣੋਂ ਤਾਂ ਨਹੀਂ ਨਾ ਹਟੇ। ਆਪਾਂ ਰਸਤੇ ਤੇ ਚੱਲ ਰਹੇ ਹਾਂ ਗੁਰੂ ਮਾਰਗ ਦੇ। ਹੁਣ ਭਗਤ ਕਬੀਰ ਜੀ ਨੂੰ ਹੋਰ ਚੰਗੀ ਚੀਜ਼ ਮਿਲ ਗਈ ਏ ਤੇ ਜਿਹੜੇ ਠੁੱਡੇ ਲੱਗਣ ਵਾਲੇ ਰੋੜੇ ਸੀ ਉਹਨਾਂ ਨੂੰ ਛੱਡਣ ਦੇ ਲਈ ਕਹਿ ਰਹੇ ਨੇ। ਫਿਰ ਭਗਤ ਜੀ ਕੀ ਕਹਿੰਦੇ ਨੇ? ਭਗਤ ਜੀ ਕਹਿੰਦੇ ਨੇ, ਕਬੀਰ ਰੋੜਾ ਹੁਆ ਤਾਂ ਕਿਆ ਭਇਆ, ਪੰਥੀ ਕੋ ਦੁੱਖ ਦੇ। ਐਸਾ ਤੇਰਾ ਦਾਸ ਹੈ ਜਿਉ ਧਰਨੀ ਮੈਂ ਖੇ। ਕਹਿੰਦਾ ਮਿੱਟੀ ਹੋ ਜਾ। ਮਿੱਟੀ ਕਿਸੇ ਨੂੰ ਠੁੱਡਾ ਨਹੀਂ ਮਾਰਦੀ, ਮਿੱਟੀ ਦਾ ਕਿਸੇ ਨੂੰ ਠੁੱਡਾ ਨਹੀਂ ਲੱਗਦਾ, ਮਿੱਟੀ ਕਿਸੇ ਦੇ ਪੈਰ ਤੇ ਚੋਟ ਨਹੀਂ ਪਹੁੰਚਾਉਂਦੀ। ਤੂੰ ਮਿੱਟੀ ਹੋ ਜਾ, ਖੇ ਹੋ ਜਾ। ਇਹ ਹੁਣ ਅੱਗੇ ਦਾ ਗਿਆਨ ਪ੍ਰਾਪਤ ਹੋ ਗਿਆ ਨਾ, ਮਨ ਦੀ ਤਹਿ ਖੁੱਲ੍ਹ ਗਈ ਏ, ਸੁਰਤ ਤੁਰ ਪਈ ਏ।
ਸੁਰਤ ਤੁਰ ਕੇ ਤੇ ਇਹ ਪਤਾ ਲੱਗ ਗਿਆ ਵੀ ਇਹ ਜਿਹੜਾ ਰੂੜੇ ਵਰਗਾ ਇੱਟ ਤੋਂ ਘਸਾ ਕੇ ਆਪਾਂ ਆਪਣੇ ਅੰਦਰ ਹੰਕਾਰ ਬਣਾ ਲਿਆ ਨਾ, ਇਹ ਵੀ ਅਜੇ ਮੈਨੂੰ ਇਸ ਮਾਰਗ ਤੇ ਤੁਰਦੇ ਹੋਏ ਨੂੰ ਠੁੱਡੇ ਹੀ ਵੱਜ ਰਹੇ ਨੇ, ਦੁੱਖ ਹੀ ਮਿਲ ਰਿਹਾ, ਸੁੱਖ ਨਹੀਂ। ਇਹਨੂੰ ਹੋਰ ਘਸਾਣਾ ਕਰ ਤੇ ਹੋਰ ਘਸਾ ਕੇ ਇਹਦੀ ਖੇ ਬਣਾ ਲਾ, ਇਹ ਰਵੇ ਨਾ, ਮਿੱਟੀ ਕਰ ਦੇ ਇਹਨੂੰ। ਫਿਰ ਭਗਤ ਜੀ ਕੀ ਕਹਿੰਦੇ ਨੇ, ਕਬੀਰ ਖੇ ਹੋਈ ਤੋ ਕਿਆ ਪਿਆ, ਕਹਿੰਦਾ ਇਹ ਵੀ ਕੋਈ ਬਾਹਲੀ ਵੱਡੀ ਗੱਲ ਨਹੀਂ ਹੈਗੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ 1364 ਅੰਗ ਤੋਂ ਭਗਤ ਕਬੀਰ ਜੀ ਦੇ ਸ਼ਲੋਕ ਦਰਜ ਨੇ। ਆਪ ਪੜ੍ਹ ਕੇ ਵੇਖਿਓ, ਇਹ ਚਾਰੇ ਸ਼ਲੋਕ ਲੜੀਵਾਰ ਲਿਖੇ ਨੇ ਤੇ ਅੱਡ-ਅੱਡ ਗਿਆਨੀਆਂ ਦੇ ਅੱਡ-ਅੱਡ ਅਰਥ ਹੋਣਗੇ, ਭਾਵ ਹੋਣਗੇ, ਖਿਆਲ ਹੋਣਗੇ, ਪਰ ਅੰਤਰੀਵ ਅਰਥ ਜਿਹੜਾ ਉਹ ਇੱਕੋ ਹੀ ਹੈ। ਜੋ ਗੁਰੂ ਮਹਾਰਾਜ ਜੀ ਦਾ ਆਸਾ ਉਹ ਇੱਕ ਹੀ ਹੈ ਵੀ ਸੁਰਤ ਜਿਹੜੀ ਜਿਵੇਂ ਜਿਵੇਂ ਤੁਰਦੀ ਹੈ, ਮਨ ਦੀਆਂ ਤਹਿਆਂ ਜਿਵੇਂ ਜਿਵੇਂ ਖੁੱਲ੍ਹਦੀਆਂ ਨੇ ਨਾ, ਫਿਰ ਮਨੁੱਖ ਨੂੰ ਜਦੋਂ ਅੱਗੋਂ ਚੰਗੀ ਚੀਜ਼ ਮਿਲਦੀ ਹੈ ਤੇ ਉਹ ਬੁਰੀ ਚੀਜ਼ ਨੂੰ ਛੱਡਦਾ ਜਾਂਦਾ ਹੈ। ਹੁਣ ਭਗਤ ਜੀ ਕਹਿੰਦੇ ਨੇ ਤੂੰ ਇਸ ਤਰ੍ਹਾਂ ਕਰ, ਇਸ ਰੂੜੇ ਨੂੰ ਘਸਾ ਕੇ ਨਾ ਤੇ ਕੀ ਕਰ, ਇਹਨੂੰ ਖੇ ਬਣਾ ਲੈ। कबीर रोड़ा हुआ तो क्या पया, पंथी को दुख दे, ऐसा तेरा दास है जो धरनी में खे, इनू खे कर ला, मिट्टी बना दे। फिर कहते ने ये भी कोई बाली वड्डी गल नहीं, कबीर खे हुई तो क्या पया, की हो गया जे खे हो गई है तो ये भी कोई बाली वड्डी गल नहीं, बाला चंगा नहीं होया भी। इहदे च की औगण है, कबीर खे हुई तो क्या पया, जो उड लागे अंग, किसी दे कपड़े तो मैले करदा ही है ना, अजे तू किसी नू दाग जरूर ला रहे हैं, किसी दे बुराई जरूर ला रहे हैं, किसी दे कपड़े जरूर मैले कर रहे हैं। कबीर खे हुई तो क्या पया, जो उड लागे अंग, अजे तू लोगों के जेड़े जां आप दे ही ला लो, क्योंकि गुरबाणी आप ते लिखी गई है, अजे तेरे कपड़े जेड़े ने ना वो मैले हो रहे ने, कपड़ियां नूं मैल अजे जेड़ी है वो लग रही है। हरजन ऐसा चाहिए जो पानी सरबंग, कहता तू पानी हो जा। सरबंग का अर्थ है पानी सारियां दे विच ही समा जाता है ते सारियां दे विच ही है। साडे अंदर 60% पानी जिहड़ा वो मनिया गया। जदों पानी घटन लगता है फिर सानू प्यास लगती है। पानी की जदों शरीर के अंदर वरतों होंदी है, रोटी नूं हजम करने वास्ते पानी की लोड़ है। पानी जे ना होवे ते रोटी हजम नहीं हुंदी। साडे शरीर के अंदर की जिहड़ी मैल है, जिवें कमरे नूं धो के बाहर सट्टिया जाता है, इस तरह शरीर की मैल नूं, खून की सफाई करन नूं पानी की लोड़ पैंदी है, जो वेस्ट के रूप दे विच बाहर आउंदा है। साडे शरीर का जिहड़ा टैंपरेचर है उन्हों कंट्रोल दे विच करन दे लई पानी की लोड़ है। जदों तापमान वध जाता है तो शरीर दे विचों पसीना निकलता है, फिर टैंपरेचर जिहड़ा ना वो जितना साडे शरीर नूं चाहीदा उतना हो जाता, उतना मिल जाता है। 60% पानी साडे शरीर के अंदर है। इस तरह ये पानी सारियां दे विच ही, ते पानी मिल भी सारियां च जांदा। दुध च मिला दो चिट्टा हो जाता है, लस्सी च मिला दो उहदे च मिल गया है, किसी होर रंगदार चीज़ मिला दो उत्थे भी मिल जाता है। पानी जिहड़ा है ना ये सारियां दे विच मिल जाता, तो मिलता किवें है फिर इहदा पता ही नहीं लगता भी इहदे च पानी पाया है, उहदे वर्गा रंग कर दिंदा है। इहनूं कहंदे ने सरबंग। हुण भगत कबीर जी कहंदे ने खे जिहड़ी है ना वो भी ठीक नहीं, अजे दाग लग रहे ने, कपड़े मैले हो रहे ने, भाव मन नूं अजे मैल जिहड़ी है ना वो पो रही है। तो तू इस तरह कर, पानी की तरह हो जा जिहड़ा इस दे विच ही अभेद हो जावे। फिर अगे भगत कबीर जी कहते ने नहीं ये भी ठीक नहीं। कबीर पानी हुआ ता क्या पया, सीरा ताता होए, अजे तू तपस जिहड़ी है ना वो कढदा है। ये ना सीरा एक तां प्रशाद देग जिहड़ी आपां गुरु महाराज जी दी तैयार करदे हां, ये विधि है। पहलों घ्यो दे विच आटा भुनिया जाता है, फिर चास गर्म करके खंड चास दे विच उबाल के भुन के पाई जाती है, ये देग तैयार हो गई है। इस तरह देग तैयार की जाती है। तो सीरा जिहड़ा इहदे च कल्ला आटा भुनिया जाता, घ्यो च आटा नहीं भुनिया जाता। कल्ला आटा भुन के गुड़ दे नाल
ਚਾਸ ਤਿਆਰ ਕੀਤੀ ਜਾਂਦੀ, ਇਹਦੇ 'ਚ ਖੰਡ ਨਹੀਂ ਪੈਂਦੀ। ਗੁੜ ਜਿਹੜੀ ਗੁੜ ਦੀ ਚਾਸ਼ਨੀ ਤਿਆਰ ਕੀਤੀ ਜਾਂਦੀ ਹੈ, ਉਹਨੂੰ ਪੁਣਿਆ ਜਾਂਦਾ ਹੈ। ਫਿਰ ਉਸ ਚਾਸ਼ਨੀ ਨੂੰ ਚੁੱਲ੍ਹੇ 'ਤੇ ਦੁਬਾਰਾ ਫਿਰ ਰੱਖਿਆ ਜਾਂਦਾ ਹੈ। ਉਹ ਜਦੋਂ ਰਿੱਝਣ ਲੱਗ ਜਾਂਦੀ ਹੈ ਤੇ ਭੁੱਜਿਆ ਹੋਇਆ ਆਟਾ ਇਹਦੇ 'ਚ ਹੌਲੀ ਹੌਲੀ ਮਾਈਆਂ ਪਾਉਂਦੀਆਂ ਨੇ ਤਾਂ ਕਿ ਗੰਢ ਨਾ ਪਵੇ, ਕਿਉਂਕਿ ਬਰੀਕ ਆਟਾ ਤੇ ਇਹਦੀਆਂ ਗੰਢਾਂ ਪੈ ਜਾਣੀਆਂ ਨੇ। ਇਹਨੂੰ ਨਾਲ ਨਾਲ ਹਿਲਾਈ ਜਾਂਦੀਆਂ ਨੇ ਤੇ ਨਾਲੇ ਇਹਨੂੰ ਥੋੜ੍ਹਾ ਥੋੜ੍ਹਾ ਹੱਥ ਦੇ ਨਾਲ ਬਰੀਕ ਕਰ ਕਰਕੇ ਪਾਈ ਜਾਂਦੀਆਂ ਨੇ, ਗੰਢ ਨਾ ਪਵੇ। ਇਹ ਸੀਰਾ ਤਿਆਰ ਹੋ ਗਿਆ ਹੈ, ਇਹਨੂੰ ਸੀਰਾ ਆਖਦੇ ਨੇ। ਜੋ ਤਿਆਰ ਆਪਾਂ ਹਰ ਰੋਜ਼ ਛਕਦੇ ਹਾਂ, ਗੁਰੂ ਮਹਾਰਾਜ ਜੀ ਦੇ ਭੋਗ ਵਾਸਤੇ ਤਿਆਰ ਕਰਦੇ ਹਾਂ। ਇਹ ਦੇਗ ਹੈ, ਇਹਦੇ 'ਚ ਪੰਚਾਮ੍ਰਿਤ 5 ਨੇ ਤੇ ਇਹ ਜਿਹੜਾ ਸੀਰਾ ਇਹਦੇ 'ਚ ਘਿਓ ਨਹੀਂ ਪੈਂਦਾ। ਇਹ ਜਿਹੜਾ ਮਨੁੱਖ ਬਿਮਾਰ ਹੁੰਦਾ ਸੀ ਨਾ ਪੁਰਾਣੇ ਸਮੇਂ ਦੇ ਵਿੱਚ, ਉਹਨੂੰ ਦਿੱਤਾ ਜਾਂਦਾ ਸੀ। ਹੁਣ ਨੀਂਦ ਦੀ ਲੋੜ, ਹੁਣ ਤਾਂ ਕਿਸੇ ਨੂੰ ਬਣਾਉਣਾ ਵੀ ਨਹੀਂ ਆਉਂਦਾ ਹੋਣਾ, ਕਿਉਂਕਿ ਬੁਖਾਰ ਵਾਲੇ ਮਨੁੱਖ ਨੂੰ ਜਿਹੜਾ ਘਿਓ ਹੈ ਨਾ, ਉਹ ਬੁਖਾਰ ਨੂੰ ਜ਼ਿਆਦਾ ਵਧਾਉਂਦਾ ਹੈ। ਇਸ ਕਰਕੇ ਘਿਓ ਤੋਂ ਗਰੇਜ ਰੱਖਿਆ ਜਾਂਦਾ ਸੀ ਤੇ ਫਿਰ ਇਹ ਪਤਲਾ ਪਤਲਾ ਜਿਹਾ ਤਿਆਰ ਕਰਕੇ ਦਿੱਤਾ ਜਾਂਦਾ। ਇਹ ਫਿਰ ਸੁਰਖੀਆਂ ਦੇ ਨਾਲ ਆਪਣਾ ਪੇਟ ਭਰ ਲੈਂਦਾ, ਭੁੱਖ ਮਿਟਾ ਲੈਂਦਾ, ਹੌਲੀ ਹੌਲੀ ਠੀਕ ਹੋ ਜਾਂਦਾ। ਰੋਹ ਵਿਚਾਰ, ਇਹਨੂੰ ਸੀਰਾ ਆਖਿਆ ਜਾਂਦਾ ਹੈ। ਹੁਣ ਭਗਤ ਕਬੀਰ ਜੀ ਕਹਿੰਦੇ ਨੇ, ਪਹਿਲੋਂ ਕਹਿੰਦੇ ਨੇ ਇਸ ਤਰ੍ਹਾਂ ਕਰ, ਇਸ ਹੰਕਾਰ ਵਾਲੀ ਇੱਟ ਨੂੰ ਘਸਾ ਕੇ ਰੋੜਾ ਬਣਾ ਲਾ। ਫਿਰ ਕਹਿੰਦੇ ਨੇ ਇਹ ਵੀ ਅਜੇ ਕਿਸੇ ਦੇ ਰਾਹ ਦੇ ਵਿੱਚ ਰੋੜਾ ਬਣਦੀ ਹੈ। ਅਸੀਂ ਕਹਿ ਦਿੰਦੇ ਹਾਂ ਨਾ, ਇਹ ਸਾਡੇ ਰਾਹ ਦਾ ਰੋੜਾ, ਜਦੋਂ ਆਪਾਂ ਅੜਚਲ ਪਾਈਏ, ਇਹ ਵੀ ਸਾਡੇ ਰਸਤੇ ਦੇ ਵਿੱਚ ਅਜੇ ਅੜਚਲ ਹੈ। ਫਿਰ ਭਗਤ ਜੀ ਕਹਿੰਦੇ ਨੇ ਇਸ ਤਰ੍ਹਾਂ ਕਰ, ਫਿਰ ਇਹ ਰੋੜਾ ਵੀ ਘਸਾ ਦੇ ਤੇ ਹੁਣ ਖੇ ਹੋ ਜਾ। ਫਿਰ ਭਗਤ ਜੀ ਨੂੰ ਅੱਗੋਂ ਹੋਰ ਚੰਗਾ ਗਿਆਨ ਮਿਲ ਗਿਆ, ਵੱਡਾ ਗਿਆਨ ਮਿਲ ਗਿਆ, ਸ਼ੁੱਧ ਗਿਆਨ ਮਿਲ ਗਿਆ ਤੇ ਕਹਿੰਦੇ ਨੇ ਇਹ ਰੋੜਾ ਵੀ ਠੀਕ ਨਹੀਂ, ਖੇ ਹੋ ਜਾਈਏ। ਤੇ ਖੇ ਜਿਹੜੀ ਹੈ ਇਹ ਫਿਰ ਸਾਡੇ ਕੱਪੜੇ ਜਿਹੜੇ ਨੇ ਉਹਨਾਂ ਨੂੰ ਮੈਲ ਲਾਉਂਦੀ ਹੈ, ਦਾਗ ਲੱਗਦੇ ਨੇ, ਮਿੱਟੀ ਲੱਗ ਜਾਂਦੀ, ਮੈਲੇ ਹੋ ਜਾਂਦੇ ਨੇ, ਇਹ ਵੀ ਠੀਕ ਨਹੀਂ। ਫਿਰ ਭਗਤ ਕਬੀਰ ਜੀ ਨੂੰ ਅਗਲਾ ਗਿਆਨ ਜਦੋਂ ਮਿਲਿਆ, ਸੁਰਤ ਹੋਰ ਅੱਗੇ ਗਈ ਹੈ ਤੇ ਫਿਰ ਇਹ ਆਖਦੇ ਨੇ ਵੀ ਤੂੰ ਪਾਣੀ ਦੀ ਤਰ੍ਹਾਂ ਹੋ ਜਾ। ਜਿਵੇਂ ਪਾਣੀ ਸਾਰਿਆਂ 'ਚ ਸਮਾਇਆ ਰਹਿੰਦਾ ਨਾ, ਇਵੇਂ ਸਾਰਿਆਂ 'ਚ ਸਮਾਇਆ ਰਹੇ। ਕਹਿੰਦੇ ਨੇ ਨਹੀਂ, ਇਹਦੇ 'ਚ ਵੀ ਔਗਣ ਹੈ। ਕੀ ਔਗਣ ਹੈ? ਇਹ ਗਰਮ ਹੋ ਜਾਂਦਾ ਤੇ ਗਰਮ ਹੋ ਕੇ ਫਿਰ ਦੁੱਖ ਦਿੰਦਾ ਹੈ। ਕਬੀਰ ਪਾਣੀ ਹੁਆ ਤੋ ਕਿਆ ਪਾਇਆ, ਕੀ ਹੋ ਗਿਆ ਜੇ ਪਾਣੀ ਹੋ ਗਿਆ ਤਾਂ? ਪਾਣੀ ਦੀ ਤਰ੍ਹਾਂ ਨਰਮ ਹੋ ਗਏ, ਪਾਣੀ ਦੀ ਤਰ੍ਹਾਂ ਤਰਲ ਹੋ ਗਏ, ਪਰ ਅਜੇ ਗਰਮੈਸ਼ ਹੈ ਨਾ ਜਿਹੜੀ, ਭਾਵ ਕ੍ਰੋਧ ਅਜੇ ਰਹਿ ਗਿਆ। ਇਹਦੇ 'ਚ ਪੰਜੇ ਤੱਤ ਹੀ ਆ ਜਾਂਦੇ ਨੇ। ਸਮੇਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆ ਦਾਸ ਨੇ ਥੋੜ੍ਹਾ ਜਿਹਾ ਉਸ ਹਿਸਾਬ ਦੇ ਨਾਲ ਆਪ ਜੀ ਦੇ ਨਾਲ ਵਿਚਾਰਾਂ ਕੀਤੀਆਂ ਹਨ। ਧੰਨ ਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ, ਭਗਤ ਕਬੀਰ ਜੀ ਦੇ ਸ਼ਲੋਕ। ਕਬੀਰ ਪਾਣੀ ਹੁਆ ਤੋ ਕਿਆ ਪਾਇਆ, ਕੀ ਹੋ ਗਿਆ ਜੇ ਪਾਣੀ ਹੋ ਗਿਆ ਤੇ ਅਜੇ ਕ੍ਰੋਧ ਤਾਂ ਹੈਗਾ ਨਾ, ਸੀਰਾ ਤਾਤਾ ਹੋਏ ਅਜੇ ਕ੍ਰੋਧ ਹੈ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਫਿਰ ਭਗਤ ਕਬੀਰ ਜੀ ਕਹਿੰਦੇ ਨੇ ਕਿਵੇਂ ਦਾ? ਉਸ ਤਰ੍ਹਾਂ ਦਾ ਹੋ ਜਾ ਜਿਵੇਂ ਪਰਮਾਤਮਾ ਹੈ। ਤੇ ਪਰਮਾਤਮਾ ਹੋਣ ਦੇ ਵਾਸਤੇ ਉਹਦੇ ਦਰ ਤੇ ਜਾਣਾ ਪੈਂਦਾ ਹੈ। ਪਰਮਾਤਮਾ ਹੋਣ ਵਾਸਤੇ ਉਹਦੇ ਦਰ ਤੇ ਜਾਣਾ ਪੈਂਦਾ, ਉਹਦੇ ਦਰ ਤੱਕ ਪਹੁੰਚਣਾ ਪਵੇਗਾ। ਜੇ ਦਰ ਤੇ ਪਹੁੰਚ ਗਏ ਤੇ ਹਮ ਕੂਕਰ ਤੇਰੇ ਦਰਬਾਰ, ਅਸੀਂ ਹੁਣ ਤੇਰੇ ਦਰ ਦੇ ਕੁੱਤੇ ਬਣ ਗਏ ਹਾਂ ਤੇ ਤੇਰੇ ਦਰ ਤੇ ਆ ਗਏ ਹਾਂ। ਦਰਸ਼ਨ ਦੀਜੇ ਖੋਲ ਕਵਾਰ, ਹੁਣ ਤੂੰ ਕਿਰਪਾ ਕਰ ਆਪਣੇ ਦਰਸ਼ਨ ਦੇ ਸਾਨੂੰ ਤੇ ਇਹ ਦਰਵਾਜ਼ਾ ਜਿਹੜਾ ਨਾ ਇਹ ਖੋਲ ਦੇ। ਇਹ ਸਾਰਾ ਪ੍ਰਸੰਗ ਅੱਜ ਦੀ ਪੌੜੀ ਦੇ ਵਿੱਚ ਆਏਗਾ। ਗੁਰੂ ਮਹਾਰਾਜ ਜੀ ਦੱਸਣਗੇ ਮੁਕਤੀ ਦਾ ਦਰ ਕਿਵੇਂ ਖੁੱਲ੍ਹਦਾ ਹੈ ਤੇ ਉਸ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ, ਜਸ ਗਾਇਨ ਕਰਨਾ ਅਤ ਦਾ ਜ਼ਰੂਰੀ ਹੈ। ਇਹਦੇ ਤੋਂ ਬਿਨਾਂ ਜਿਹੜੀ ਸਾਡੀ ਸੁਰਤ ਹੈ ਉਹ ਨਹੀਂ ਤੁਰਦੀ। ਚੌਥੀ ਪੌੜੀ ਦੀ ਪਹਿਲੀ ਤੁਕ ਦੇ ਵਿੱਚ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਹੋ ਵਾਰੀ ਵਈਆਂ ਘੋਲੀ ਵਈਆਂ। ਇਹ ਮਲਤਾਨ ਦੀ ਬੋਲੀ ਦਾ ਸ਼ਬਦ ਹੈ ਵਈਆਂ। ਆਪਾਂ ਕਹਿ ਦਿੰਦੇ ਹਾਂ ਜਾਵਾਂ, ਮੈਂ ਤੇਰੇ ਤੋਂ ਵਾਰੀ ਜਾਂਦਾ ਹਾਂ, ਮੈਂ ਤੇਰੇ ਤੋਂ ਬਲਿਹਾਰਨੇ ਜਾਂਦਾ ਹਾਂ। ਕਿਉਂ ਜਾਂਦਾ ਹਾਂ? ਤੂੰ ਪਰਬਤ ਮੇਰਾ ਓਲਾ ਰਾਮ, ਤੂੰ ਪਰਬਤ ਬਣ ਕੇ ਨਾ ਮੇਰੇ ਜਿਹੜੇ ਪਰਦੇ ਨੇ ਉਹਨਾਂ ਨੂੰ ਢੱਕ ਲਿਆ। ਤੇ ਪਰਦੇ ਕਾਹਦੇ ਨੇ? ਸਾਡੇ ਗੁਨਾਹਾਂ ਦੇ। ਪਤਾ ਨਹੀਂ ਕਿਤਨੇ ਕੁ ਜਨਮਾਂ ਜਨਮਾਂਤਰਾਂ ਦੇ ਵਿੱਚ ਅਸੀਂ ਗੁਨਾਹ ਕੀਤੇ ਨੇ ਤੇ ਹੁਣ ਵੀ ਕਰ ਰਹੇ ਹਾਂ। ਕਿਉਂਕਿ ਭੁੱਲਣ ਅੰਦਰ ਸਭ ਕੋ, ਭੁੱਲ ਜਾਣਾ ਹੀ ਪ੍ਰਾਣੀ ਮਾਤਰ ਹੈ ਜਿਹੜਾ, ਇਹਦਾ ਕਰਮ ਹੈ। ਜੇ ਭੁੱਲਦਾ ਨਹੀਂ ਤੇ ਫਿਰ ਇਹ ਰੱਬ ਹੋ ਗਏ। ਜੇ ਭੁੱਲਦਾ ਇਹਦੇ ਤੋਂ ਗਲਤੀਆਂ ਹੋ ਗਈਆਂ ਨੇ ਤੇ ਅਜੇ ਰੱਬ ਨਹੀਂ ਹੋਇਆ। ਅਭੁੱਲ ਗੁਰੂ ਕਰਤਾਰ, ਜਦੋਂ ਪਰਮਾਤਮਾ ਦਾ ਰੂਪ ਹੋ ਜਾਏਗਾ ਜਾਂ ਗੁਰੂ ਦਾ ਰੂਪ ਹੋ ਜਾਏਗਾ ਤੇ ਫਿਰ ਨਹੀਂ ਭੁੱਲੇਗਾ। ਉਦੋਂ ਪਹਿਲਾਂ ਇਹਦੀਆਂ ਜਿਹੜੀਆਂ ਭੁੱਲਾਂ ਨੇ ਇਹ ਹੋਣੀਆਂ ਹੀ ਹੋਣੀਆਂ ਨੇ।
ਤੇ ਇਹਨਾਂ ਭੁੱਲਾਂ ਦਾ ਪਰਦਾ ਪਰਮਾਤਮਾ ਰੱਖਦਾ ਹੈ, ਗੁਰੂ ਰੱਖਦਾ ਹੈ। ਗਲਤੀਆਂ ਸਾਡੇ ਸਾਰਿਆਂ ਤੋਂ ਹੁੰਦੀਆਂ ਨੇ, ਮੈਂ ਵੀ ਕਰਦਾ, ਪਤਾ ਨਹੀਂ ਕਿੰਨੀਆਂ ਕੁ ਕਰਦਾ, ਪਰ ਉਹ ਪਰਮਾਤਮਾ ਸੱਚੇ ਸਤਿਗੁਰੂ ਜੀ ਨੂੰ ਆਪਣੇ ਲੜ ਲਾ ਕੇ ਰੱਖਣਾ ਹੈ ਨਾ, ਆਪਣੇ ਦਰ ਦਾ ਸੇਵਾਦਾਰ ਬਣਾ ਕੇ ਰੱਖਣਾ, ਉਹਨਾਂ ਦੀਆਂ ਗਲਤੀਆਂ ਨੂੰ ਫਿਰ ਓਲਾ ਕਰ ਦਿੰਦਾ ਹੈ, ਪਰਦਾ ਕਰ ਦਿੰਦਾ ਹੈ, ਪਰਦਾ ਢੱਕ ਲੈਂਦਾ ਹੈ। ਕੋਲੀ ਵੰਝਾਂ ਵਾਰੀ ਵੰਝਾਂ, ਇਹ ਸ਼ਬਦ ਗੁਰਬਾਣੀ ਦੇ ਅੰਦਰ ਪਹਿਲੋਂ ਵੀ ਬਹੁਤ ਵਾਰੀ ਆਇਆ ਤੇ ਅੱਗੇ ਵੀ ਬਹੁਤ ਵਾਰੀ ਆਏਗਾ। ਜਿਵੇਂ ਸ਼ਬਦ ਹਜ਼ਾਰੇ ਦੀ ਬਾਣੀ ਤਕਰੀਬਨ ਹੀ ਗੁਰਸਿੱਖ ਜਿਹੜੇ ਨੇ ਨਿਤਨੇਮ ਦੀ ਬਾਣੀ ਦੇ ਨਾਲ ਹਰ ਰੋਜ਼ ਪੜ੍ਹਦੇ ਨੇ, ਕਿਉਂਕਿ ਸ਼ਬਦ ਹਜ਼ਾਰੇ ਦੀ ਬਾਣੀ ਧੰਨ ਗੁਰੂ ਛੇਵੇਂ ਪਾਤਸ਼ਾਹ ਹਰਗੋਬਿੰਦ ਸਿੰਘ ਮਹਾਰਾਜ ਜੀ ਨੇ ਵਰ ਦਿੱਤੇ ਸਨ ਸਿੰਘਾਂ ਨੂੰ। ਜਦੋਂ ਜੰਗਾਂ ਯੁੱਧਾਂ ਦੇ ਵਿੱਚ ਸਮਾਂ ਬਤੀਤ ਹੋਣ ਲੱਗਿਆ ਤੇ 5 ਗ੍ਰੰਥੀ, ਜਿੰਦੇ 'ਚ ਪਹਿਲੋਂ 5 ਬਾਣੀਆਂ ਹੋਇਆ ਕਰਦੀਆਂ ਸਨ ਪੁਰਾਤਨ, ਇਹ 5 ਗ੍ਰੰਥੀ ਦਾ ਨਿਤਨੇਮ ਕਰਿਆ ਕਰਦੇ ਸਨ ਤੇ ਅਰਦਾਸ ਕੀਤੀ, ਸੱਚੇ ਸਤਿਗੁਰ ਸਾਡਾ ਨਿਤਨੇਮ ਤਾਂ ਹੁਣ ਹੁੰਦਾ ਹੀ ਨਹੀਂ, ਸਾਰਾ ਦਿਨ ਯੁੱਧ ਕਰਦੇ ਆ, ਲੜਾਈ ਕਰਦੇ ਆ, ਨਿਕਲ ਜਾਂਦਾ, ਹੋਰ ਕਾਰੋਬਾਰ ਬੜੇ ਨੇ, ਤਿਆਰੀਆਂ ਬੜੀਆਂ ਨੇ, ਤੇ ਕਿਰਪਾ ਕਰੋ ਸਾਡੇ ਤੇ, ਰਹਿਮਤ ਕਰੋ, ਸਾਨੂੰ ਬਖਸ਼ੋ, ਨਿਤਨੇਮ ਬਾਣੀ ਤੋਂ ਬਿਨਾਂ ਅਸੀਂ ਕਿਵੇਂ ਸਾਡਾ ਜਿਉਣਾ ਹੋਵੇ। ਤੇ ਗੁਰੂ ਮਹਾਰਾਜ ਜੀ ਨੇ ਸੱਚੇ ਸਤਿਗੁਰ ਨੇ ਆਖਿਆ, ਚੰਗਾ ਫਿਰ ਜਦੋਂ ਸਮੇਂ ਦੀ ਥੋੜ ਹੋਵੇ ਨਾ, ਇਹ ਨਹੀਂ ਵੀ ਹਰ ਰੋਜ਼ ਸੁੱਖ ਭਾਲ ਲੈਣਾ ਹੈ, ਸੁੱਖ ਵਾਲੇ ਪਾਸੇ ਚਲਾ ਜਾਣਾ, ਇਹ ਨਹੀਂ। ਜਦੋਂ ਸਮੇਂ ਦੀ ਥੋੜ ਹੋਵੇ ਤੇ ਜਿਹੜਾ ਗੁਰਮੁਖ ਪਿਆਰਾ ਸ਼ਬਦ ਹਜ਼ਾਰੇ, ਗੁਰੂ ਮਹਾਰਾਜ ਜੀ ਛੇਵੇਂ ਪਾਤਸ਼ਾਹ ਨੇ ਸ਼ਬਦ ਜਿਹੜੇ ਨੇ ਨਾ ਛਾਂਟ ਕੇ ਦਿੱਤੇ ਸਨ ਸਾਨੂੰ ਪੜ੍ਹਨ ਵਾਸਤੇ, ਤੇ ਇਹਨਾਂ ਦਾ ਨਾਮ ਸ਼ਬਦ ਹਜ਼ਾਰੇ ਤਾਂ ਰੱਖਿਆ ਹੈ। ਇਹ ਸ਼ਬਦ ਨੇ ਜਿਨ੍ਹਾਂ ਦੇ ਪੜ੍ਹਨ ਦੇ ਨਾਲ ਹਜ਼ਾਰਾਂ ਗੁਣਾ ਗੁਰਬਾਣੀ ਦਾ ਸਾਨੂੰ ਲਾਹਾ ਪ੍ਰਾਪਤ ਹੁੰਦਾ ਹੈ, ਤਾਂ ਇਹਨਾਂ ਨੂੰ ਸ਼ਬਦ ਹਜ਼ਾਰੇ ਆਖੇ ਜਾਂਦਾ। ਦੂਜਾ ਇਸ ਦਾ ਅਰਥ ਵਿਦਵਾਨ ਹੀ ਕਰਦੇ ਨੇ, ਹਜ਼ਾਰਾਂ ਦੇ ਮੁੱਲ 'ਚ ਵੀ ਨਹੀਂ ਮਿਲਦੇ। ਗੁਰਬਾਣੀ ਵੈਸੇ ਸਾਰੀ ਦੀ ਸਾਰੀ ਜਿਹੜੀ ਹੈ ਨਾ, ਇਹ ਮੁੱਲ 'ਚ ਨਹੀਂ ਮਿਲਦੀ, ਕਿਤਨਾ ਮਰਜ਼ੀ ਯਤਨ ਕਰ ਲਈਏ, ਇਹਨੂੰ ਮੁੱਲ ਨਹੀਂ ਖਰੀਦਿਆ ਜਾ ਸਕਦਾ। ਦਾਸ ਨੇ ਇਸ ਦੇ ਲਈ ਇੱਕ ਦਿਨ ਅੱਗੇ ਵੀ ਆਪ ਜੀ ਨੂੰ ਦੱਸਣਾ ਕੀਤਾ ਸੀ, ਮਾਂ ਹੈ, ਉਹਦਾ ਪੁੱਤਰ ਹੈ, ਤੇ ਪੁੱਤਰ ਹੁਣ ਇਹ ਆਖ ਦੇਵੇ ਵੀ ਮੈਂ ਆਪਣੀ ਮਾਂ ਦਾ ਅਹਿਸਾਨ ਹੈ ਜਿਹੜਾ ਮੈਨੂੰ ਦੁਨੀਆ ਵਿਖਾਉਣ ਵਾਲਾ, ਜਨਮ ਦੇਣ ਵਾਲਾ, ਪਾਲਣ ਪੋਸ਼ਣ ਵਾਲਾ, ਇਹ ਅਹਿਸਾਨ 1,00,000 2 ਲੱਖ ਦੇ ਨਾਲ ਦੂਰ ਕਰਦਿਆਂ ਚੁਕਾਦਿਆਂ ਮੈਂ ਅਹਿਸਾਨ ਤੋਂ ਰਹਿਤ ਹੋ ਜਾਵਾਂ ਤੇ ਨਹੀਂ ਹੋਏਗਾ, ਇਹ ਅਹਿਸਾਨ ਨਹੀਂ ਚੁਕਾਇਆ ਜਾਏਗਾ। ਸੋ ਇਸੇ ਤਰ੍ਹਾਂ ਇਹ ਸ਼ਬਦ ਹਜ਼ਾਰੇ ਜਿਹੜੇ ਨੇ ਨਾ, ਇਹ ਬਾਣੀ ਪੜ੍ਹਨ ਦੇ ਨਾਲ ਹਜ਼ਾਰਾਂ ਗੁਣਾ ਸਾਨੂੰ ਲਾਭ ਹੁੰਦਾ ਹੈ, ਤਾਂ ਕਰਕੇ ਜੇ ਨਹੀਂ ਪੜ੍ਹਦੇ ਤਾਂ ਪੜ੍ਹ ਲੈਣੇ ਚਾਹੀਦੇ ਨੇ। ਇਹਦੇ ਵਿੱਚ ਵੀ ਆਉਂਦਾ ਹੈ ਘੋਲ ਕਮਾਈ, ਹੋ ਘੋਲੀ ਜਿਓ ਘੋਲ ਕਮਾਈ, ਇਹ ਤੁਕਾਂ ਜਿਹੜੀਆਂ ਨੇ ਆਉਂਦੀਆਂ ਨੇ। ਇਹਦਾ ਅਰਥ ਹੈ, ਘੋਲ ਦਾ ਅਰਥ ਹੁੰਦਾ ਘੋਲਣਾ, ਆਪਾਂ ਇੱਧਰ ਮਾਲ ਵਿੱਚ ਕਹਿ ਦਿੰਦੇ ਆ ਇਹਨੂੰ ਖੋਰਦੇ, ਜਿਵੇਂ ਪਾਣੀ ਦੇ ਵਿੱਚ ਖੰਡ ਪਾ ਕੇ ਚਿਮਚੇ ਦੇ ਨਾਲ ਹਿਲਾਉਣ ਦੇ ਨਾਲ ਉਹ ਹੌਲੀ ਹੌਲੀ ਖੁਰ ਜਾਂਦੀ ਏ, ਕਿਸੇ ਬੋਲੀ ਦੇ ਵਿੱਚ ਇਹਨੂੰ ਘੋਲਣਾ ਆਖਦੇ ਨੇ। ਤਕਰੀਬਨ ਮਾਝੇ ਦੀ ਬੋਲੀ ਦੇ ਵਿੱਚ ਇਹਨੂੰ ਕਹਿੰਦੇ ਨੇ ਘੋਲਦੇ, ਖੰਡ ਪਾਣੀ ਦੇ ਵਿੱਚ ਘੋਲਦੇ। ਹੁਣ ਇੱਥੇ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਪ੍ਰਭੂ ਪਰਮਾਤਮਾ ਦੀ ਵਡਿਆਈ ਕਰਦੇ ਹੋਏ ਇਹ ਆਖ ਰਹੇ ਨੇ, ਹੋ ਵਾਰੀ ਵੰਝਾਂ ਘੋਲੀ ਵੰਝਾਂ। ਵਾਰੀ ਦਾ ਅਰਥ ਹੁੰਦਾ ਵਾਰਨਾ। ਜਿਵੇਂ ਵੇਖੋ ਬੱਚੇ ਤੇ ਬੱਚੀ ਦਾ ਵਿਆਹ ਹੁੰਦਾ ਹੈ ਤੇ ਅਸੀਂ ਜਿਹੜੇ ਵਾਰਨੇ ਕਰਦੇ ਹੁੰਦੇ ਸਿਰ ਤੋਂ, ਇਹਦਾ ਅਰਥ ਇਹ ਵੀ ਸਾਡੀਆਂ ਸਾਰੀਆਂ ਖੁਸ਼ੀਆਂ ਜਿਹੜੀਆਂ ਪੈਸੇ ਦੇ ਨਾਲ ਅਸੀਂ ਖਰੀਦ ਸਕਦੇ ਨੇ, ਅਸੀਂ ਤੁਹਾਨੂੰ ਦੇ ਦਿੱਤੀਆਂ। ਮਾਤਾ ਪਿਤਾ ਜਦੋਂ ਬੱਚੇ ਬੱਚੀ ਤੋਂ ਜਾਂ ਵੱਡੇ ਜਿਹੜੇ ਨੇ ਬੱਚੇ ਬੱਚੀ ਤੋਂ ਵਾਰਨੇ ਕਰਦੇ ਨੇ ਨਾ, ਉਹਦਾ ਅਰਥ ਇਹ ਵੀ ਅਸੀਂ ਆਪਣੀਆਂ ਖੁਸ਼ੀਆਂ ਜਿਹੜੀਆਂ ਨੇ ਨਾ ਤੁਹਾਡੇ ਤੋਂ ਵਾਰ ਦਿੱਤੀਆਂ, ਜਿਹੜੀਆਂ ਪੈਸੇ ਨਾਲ ਖਰੀਦੀਆਂ ਜਾਂਦੀਆਂ ਨੇ। ਕਿਉਂਕਿ ਦੂਜੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਤਾਂ ਪਰਮਾਤਮਾ ਦੇਣ ਵਾਲਾ, ਵਾਹਿਗੁਰੂ ਦੇਣ ਵਾਲਾ ਹੈ, ਉਹ ਅਸੀਂ ਨਹੀਂ ਵਾਰ ਸਕਦੇ। ਸਿਰਫ ਉਹੀ ਖੁਸ਼ੀਆਂ ਅਸੀਂ ਆਪਣੇ ਬੱਚਿਆਂ ਨੂੰ ਦੇ ਸਕਦੇ ਹਾਂ ਜਿਹੜੀ ਪੈਸੇ ਦੇ ਨਾਲ ਖਰੀਦੀ ਜਾ ਸਕਦੀ ਹੈ। ਖੁਸ਼ੀ ਹੈ ਬੱਚੇ ਨੂੰ ਚੰਗੇ ਸਕੂਲ 'ਚ ਪੜ੍ਹਾ ਦਿਆਂਗੇ, ਉਹਦੀ ਇੱਛਾ ਅਨੁਸਾਰ ਚੰਗਾ ਸਾਧਨ ਲੈ ਦਿਆਂਗੇ, ਚੰਗੇ ਸੋਹਣੇ ਵਸਤਰ ਲੈ ਦਿਆਂਗੇ, ਇਹ ਅਸੀਂ ਬੱਚੇ ਤੋਂ ਵਾਰ ਸਕਦੇ ਹਾਂ, ਕੁਰਬਾਨ ਕਰ ਸਕਦੇ ਹਾਂ। ਹੋ ਵਾਰੀ, ਹੇ ਮੇਰੇ ਪਰਮਾਤਮਾ ਮੈਂ ਆਪ ਹੀ ਤੇਰੇ ਤੋਂ ਵਾਰਿਆ ਗਿਆ, ਮੇਰੇ ਕੋਲ ਹੋਰ ਕੁਝ ਵਾਰਨ ਨੂੰ ਨਹੀਂ। ਹੋ ਦਾ ਅਰਥ ਹੈ ਮੈਂ, ਹੋ ਦਾ ਅਰਥ ਹੈ ਮੈਂ, ਹੋ ਵਾਰੀ, ਹੇ ਮੇਰੇ ਵਾਹਿਗੁਰੂ ਮੈਂ ਆਪ ਹੀ ਤੇਰੇ ਤੋਂ ਵਾਰਿਆ ਗਿਆ, ਮੈਂ ਆਪਣਾ ਆਪ ਤੇਰੇ ਤੋਂ ਵਾਰ ਦਿੱਤਾ ਹੈ। ਹੁਣ ਜਦੋਂ ਅਸੀਂ ਬੱਚੇ ਨੂੰ ਪੈਸੇ ਵਾਰ ਕੇ ਦੇ ਦਿੰਦੇ ਹਾਂ, ਉਹਨਾਂ ਪੈਸਿਆਂ ਨਾਲੋਂ ਜਿਹੜੀ ਖੁਸ਼ੀ ਮਰਜ਼ੀ ਖਰੀਦੇ ਅਸੀਂ ਉਹਨੂੰ ਰੋਕ ਨਹੀਂ ਸਕਦੇ, ਕਿਉਂਕਿ ਅਸੀਂ ਤਾਂ ਉਹਦੇ ਤੋਂ ਵਾਰ ਕੇ ਉਹਨੂੰ ਦੇ ਦਿੱਤੇ ਨੇ। ਇਸ ਤਰ੍ਹਾਂ ਹੇ ਮੇਰੇ ਪਰਮਾਤਮਾ ਅਸੀਂ ਆਪਾ ਤੇਰੇ ਤੋਂ ਵਾਰ ਦਿੱਤਾ ਹੈ। ਜਦੋਂ ਅਸੀਂ ਆਪਣੇ ਆਪ ਨੂੰ ਤੇਰੇ ਤੋਂ ਵਾਰ ਦਿੱਤਾ ਹੈ ਤੇ ਇਹ ਸਰੀਰ ਹੁਣ ਤੇਰਾ ਹੋ ਗਿਆ, ਭਾਵੇਂ ਇਹਨੂੰ ਤੂੰ ਕਿਸੇ ਸੇਵਾ 'ਚ ਲਾ,
ਤੇ ਭਾਵੇਂ ਤੂੰ ਇਹਨੂੰ ਕਿਸੇ ਹੋਰ ਵਰਤੋਂ ਦੇ ਵਿੱਚ ਲੈ ਕੇ ਆ, ਭਾਵੇਂ ਇਸ ਸਰੀਰ ਨੂੰ ਗੰਦਗੀ 'ਚ ਸੱਟ ਦੇ ਤੇ ਭਾਵੇਂ ਚੰਗੀ ਥਾਂ ਤੇ ਸੱਟ ਦੇ, ਤੇਰਾ ਹੋ ਗਈ। ਇਹਦਾ ਅਰਥ ਹੀ ਬਣਦਾ ਹੋ ਵਾਰੀ ਮੈਂ ਆਪਾ ਆਪ ਜਿਹੜਾ ਨਾ ਤੇਰੇ ਤੋਂ ਵਾਰ ਦਿੱਤਾ ਹੈ। ਵੰਝਾਂ ਜਾਂਦਾ ਹਾਂ ਘੋਲੀ, ਵੰਝਾਂ ਘੋਲੀ ਦਾ ਅਰਥ ਹੈ ਘੁਲ ਜਾਣਾ। ਮੈਂ ਤੇਰੇ ਵਿੱਚ ਘੁਲ ਮਿਲ ਜਾਂਦਾ। ਘੁਲ ਮਿਲ ਤੋਂ ਭਾਵ ਜਿਵੇਂ ਦਾ ਤੂੰ ਹੈ ਨਾ, ਹੇ ਮੇਰੇ ਪਰਮਾਤਮਾ, ਹੇ ਮੇਰੇ ਵਾਹਿਗੁਰੂ, ਉਸੇ ਤਰ੍ਹਾਂ ਮੈਂ ਤੇਰੀ ਆਗਿਆ, ਤੇਰੇ ਹੁਕਮ ਦੇ ਵਿੱਚ ਰਹਿਣਾ ਚਾਹੁੰਦਾ। ਜਿਵੇਂ ਸਾਡੇ ਪਰਿਵਾਰ ਦੇ ਵਿੱਚ ਕੋਈ ਨਵਾਂ ਮੈਂਬਰ ਹੁੰਦਾ, ਤਕਰੀਬਨ ਸਾਡੀ ਨੂੰਹ ਧੀ ਜਿਹੜੀ ਹੁੰਦੀ ਏ, ਇਹ ਜਦੋਂ ਅਸੀਂ ਵਿਆਹ ਕੇ ਲਿਆਉਂਦੇ ਹਾਂ ਤੇ ਜਦੋਂ ਸਾਡੇ ਪਰਿਵਾਰ ਦੇ ਵਿੱਚ ਸਾਡੇ ਪਰਿਵਾਰ ਦੇ ਸੁਭਾਅ ਦੇ ਅਨੁਸਾਰ ਰਹਿਣ ਲੱਗ ਜਾਂਦੀ ਹੈ ਨਾ, ਫਿਰ ਅਸੀਂ ਕਹਿੰਦੇ ਹਾਂ ਸਾਡੇ ਪਰਿਵਾਰ ਦੇ ਵਿੱਚ ਘੁਲ ਮਿਲ ਗਈ ਏ। ਹੁਣ ਇੱਥੇ ਗੁਰੂ ਮਹਾਰਾਜ ਜੀ ਇਹ ਸ਼ਬਦ ਦੀ ਵਰਤੋਂ ਇਸ ਵਾਸਤੇ ਕਰਦੇ ਨੇ, ਤੇਰੇ ਭਾਣੇ ਦੇ ਵਿੱਚ ਮੈਂ ਘੁਲ ਮਿਲ ਕੇ ਰਵਾਂਗਾ, ਮੈਂ ਕਿੰਤੂ ਪਰੰਤੂ ਨਹੀਂ ਕਰਾਂਗਾ ਵੀ ਤੁਸੀਂ ਕੀ ਕਰਦੇ ਹੋ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਇਹ ਕਿੰਤੂ ਪਰੰਤੂ ਹੋ ਗਿਆ ਨਾ, ਨੋ ਆਈਏ। ਜੇ ਉਹ ਆਖੇ ਬੇਬੇ ਆ ਤੂੰ ਕੀ ਕਰਦੀ ਏ, ਐਵੇਂ ਨਾ ਕਰ ਐਵੇਂ ਕਰ, ਤੇ ਉਹ ਆਖੂਗੀ ਮੈਂ ਸਾਰੀ ਉਮਰ ਕਰਦੀ ਰਹੀ ਹਾਂ ਤੇ ਤੂੰ ਬੜੀ ਸਿਆਣੀ ਹੈ, ਲੜਾਈ ਪੈ ਜਾਣੀ ਹੈ ਨਾ। ਤੇ ਜੇ ਉਹ ਘੁਲ ਮਿਲ ਕੇ ਰਵੇਗੀ ਤੇ ਆਖੇਗੀ ਜਿਵੇਂ ਬੇਬੇ ਕਰਦੀ ਹੈ, ਵੱਡੀ ਹੈ, ਮੈਂ ਇਹਦੇ ਮਗਰ ਲੱਗ ਜਾਣਾ, ਕਰੀ ਜਾਂਦੇ ਆਪਾਂ ਵੀ ਐਵੇਂ ਕਰ ਲੈਂਦੇ ਹਾਂ, ਤੇ ਉਹਨੇ ਬੇਬੇ ਦੇ ਭਾਣੇ ਨੂੰ ਮੰਨ ਲਿਆ। ਉਸੇ ਤਰ੍ਹਾਂ ਗੁਰੂ ਜੀ ਰਹਿਮਤ ਕਰਦੇ ਨੇ, ਹੋ ਵਾਰੀ ਵੰਝਾਂ ਮੇਰੇ 'ਚ ਇੱਕ ਗਲਤੀ ਹੈ, ਔਗਣ ਹੈ। ਉਹ ਗਲਤੀ ਤੇ ਔਗਣ ਇਹ ਹੈ ਕਿ ਕਈਆਂ ਸ਼ਬਦਾਂ ਨੂੰ ਨਾ ਮੈਂ ਪੂਰੇ ਖੁਲਾਸੇ ਦੇ ਨਾਲ ਨਹੀਂ ਬਿਆਨ ਕਰਦਾ। ਜਿਵੇਂ ਸ਼ਬਦ ਦੇ ਪਿੱਛੇ ਵੀ ਕਈ ਵਾਰੀ ਆਇਆ ਤੇ ਬਸ ਇਹਦੀ ਵਿਆਖਿਆ ਜਿਹੜੀ ਉਹ ਅੱਜ ਹੀ ਕੀਤੀ ਹੈ। ਇਹ ਇੱਕ ਔਗਣ ਲਾ ਲਓ ਜਾਂ ਮੇਰੀ ਗਲਤੀ ਲਾ ਲਓ। ਤੇ ਹੁੰਦੀ ਕਿਉਂ ਹੈ? ਇਹ ਸਮੇਂ ਦੀ ਪਾਬੰਦੀ ਅਨੁਸਾਰ ਹੁੰਦੀ। ਜਿਸ ਤਰ੍ਹਾਂ ਇੱਕ ਇੱਕ ਸ਼ਬਦ ਦਾ ਆਪਾਂ ਅਰਥ ਕਰਨ ਲੱਗੀਏ ਨਾ, ਤੇ ਫਿਰ ਮੈਨੂੰ ਲੱਗਦਾ ਵੀ ਪਤਾ ਨਹੀਂ ਕਿਤਨੇ ਕੁ ਸਾਲ ਲੱਗ ਜਾਣ ਆਪਾਂ ਨੂੰ ਧੰਨ ਗੁਰਬਾਣੀ ਦੀ ਕਥਾ ਸੰਪੰਨ ਕਰਨ ਤੇ। ਸੋ ਇਸ ਵਾਸਤੇ ਇਸ ਤਰ੍ਹਾਂ ਦੇ ਜਿਹੜੇ ਸ਼ਬਦ ਹੁੰਦੇ ਨੇ, ਜਦੋਂ ਕਿਤੇ ਸਮਾਂ ਮਿਲਦਾ ਹੈ, ਜਿਵੇਂ ਅੱਜ ਇੱਕ ਪੌੜੀ ਦੀਆਂ ਵਿਚਾਰਾਂ ਕਰਨੀਆਂ ਨੇ, ਆਪਣੇ ਕੋਲ ਸਮਾਂ ਖੁੱਲ੍ਹਾ ਹੈ, ਇਸ ਕਰਕੇ ਫਿਰ ਇਹ ਸ਼ਬਦ ਨੇ ਜਿਹੜੇ ਇਹਨਾਂ ਨੂੰ ਪੂਰੇ ਖੋਲ੍ਹ ਕੇ ਖੁਲਾਸੇ ਦੇ ਨਾਲ ਦੱਸਿਆ ਜਾਂਦਾ ਹੈ। ਤੇ ਇਹ ਹੁਣ ਪਤਾ ਨਹੀਂ ਅੱਗੇ ਸਮਾਂ ਕਦੋਂ ਬਣੇ, ਤੁਸੀਂ ਇਸ ਗੱਲ ਨੂੰ ਪੱਕਿਆਂ ਕਰ ਲੈਣਾ, ਸਮਝ ਲੈਣਾ ਹੈ। ਹੋ ਵਾਰੀ ਵੰਝਾਂ ਮੈਂ ਤੇਰੇ ਤੋਂ ਆਪਣੇ ਆਪ ਨੂੰ ਵਾਰ ਦਿੱਤਾ ਹੈ। ਜਿਹੜੀ ਸੇਵਾ ਦੇ ਵਿੱਚ ਮਰਜ਼ੀ ਲਾ, ਜਿੱਥੇ ਮਰਜ਼ੀ ਰੱਖ, ਘੋਲੀ ਵੰਝਾਂ, ਤੇ ਮੈਂ ਤੇਰੇ ਵਿੱਚ ਘੁਲ ਮਿਲ ਕੇ ਰਹਿਣਾ ਚਾਹੁੰਦਾ। ਭਾਵ ਮੈਂ ਤੇਰੇ ਭਾਣੇ ਦੇ ਵਿੱਚ ਤੇਰੇ ਹੁਕਮ ਦੇ ਅਨੁਸਾਰ ਰਹਿਣਾ। ਜਿਵੇਂ ਪਰਿਵਾਰ ਦੇ ਵਿੱਚ ਆਈ ਹੋਈ ਨਵੀਂ ਨੂੰਹ ਹੈ ਜਿਹੜੀ, ਉਹ ਆਪਣੇ ਸਹੁਰਿਆਂ ਘਰ ਦੇ ਪਰਿਵਾਰ ਦੇ ਵਿੱਚ ਘੁਲ ਮਿਲ ਕੇ, ਭਾਵ ਜਿਵੇਂ ਉਹਨਾਂ ਦੇ ਘਰ ਦੀ ਮਾਨ ਮਰਿਆਦਾ ਉਸੇ ਤਰ੍ਹਾਂ ਰਹਿੰਦੀ। ਮੈਂ ਤੇਰੀ ਮਾਨ ਮਰਿਆਦਾ ਦੇ ਵਿੱਚ ਰਹਿੰਦਾ ਹਾਂ, ਤੇਰੇ ਹੁਕਮ ਦੇ ਵਿੱਚ ਰਹਿੰਦਾ ਹਾਂ। ਕਿਉਂ ਰਹਿੰਦਾ ਹਾਂ? ਉਹ ਇਸ ਵਾਸਤੇ, ਤੂੰ ਪਰਬਤ ਮੇਰਾ ਓਲਾ ਰਾਮ, ਹੇ ਰਮੇ ਹੋਏ ਪਰਮਾਤਮਾ, ਤੂੰ ਮੇਰੇ ਗੁਨਾਹਾਂ ਨੂੰ ਨਾ ਪਰਬਤ ਬਣ ਕੇ ਢੱਕ ਲਿਆ। ਮੇਰਾ ਗੁਨਾਹ ਹੈ ਜਿਹੜਾ, ਮੇਰੇ ਜਿਹੜੇ ਪਾਪ ਨੇ, ਗੁਨਾਹ ਨੇ, ਔਗਣ ਨੇ, ਉਹ ਲੋਕਾਂ ਦੇ ਵਿੱਚ ਪ੍ਰਗਟ ਨਹੀਂ ਹੋਣ ਦਿੱਤੇ ਹਨ ਜੀ। ਹਉ ਬਲ ਜਾਈ ਲੱਖ 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 ਵਰੀਆ, ਜਿਨ ਭ੍ਰਮ ਪਰਦਾ ਖੋਲਾ ਰਾਮ। ਹਉ ਬਲ ਜਾਈ, ਬਲ ਜਾਈ ਦਾ ਅਰਥ ਹੁੰਦਾ ਬਲਿਹਾਰ ਜਾਂਦਾ ਹਾਂ। ਮੈਂ ਤੇਰੇ ਤੋਂ ਬਲਿਹਾਰ ਜਾਂਦਾ ਹਾਂ। ਤੇ ਕਿੰਨੇ ਵਾਰੀ ਬਲਿਹਾਰ ਜਾਂਦਾ ਹਾਂ? ਲੱਖਾਂ ਵਾਰੀ। ਲੱਖ ਲੱਖ ਲੱਖ, 3 ਵਾਰੀ ਲੱਖ ਆਇਆ। ਲੱਖਾਂ ਵਾਰੀ ਮੈਂ ਤੇਰੇ ਤੋਂ ਬਲਿਹਾਰ ਜਾਂਦਾ। ਹੇ ਮੇਰੇ ਪਰਮਾਤਮਾ, ਹੇ ਮੇਰੇ ਵਾਹਿਗੁਰੂ ਜੀਓ, ਮੈਂ ਤੇਰੇ ਤੋਂ ਬਲਿਹਾਰ ਜਾਂਦਾ ਹਾਂ। ਤੇ ਬਲਿਹਾਰ ਕਿੰਨੇ ਵਾਰੀ ਜਾਂਦਾ ਹਾਂ? ਲੱਖਾਂ ਵਾਰੀ। 3 ਵਾਰੀ ਲੱਖ ਲੱਖ ਆਇਆ, ਭਾਵ ਇਸ ਦਾ ਅੰਤ ਕੋਈ ਨਹੀਂ। ਇਤਨੇ ਵਾਰੀ ਮੈਂ ਤੇਰੇ ਤੋਂ ਬਲਿਹਾਰ ਜਾਂਦਾ, ਜਾਂ ਮੇਰੇ ਕੋਲ ਜਿਹੜੀ ਸਮਰੱਥ ਹੈ ਨਾ, ਉਹਦਾ ਅੰਤ ਹੋ ਗਿਆ ਹੈ। ਕਿਉਂਕਿ ਜਿਹੜਾ ਵਚਨ ਹੈ ਉਹ ਆਪਾਂ 3 ਵਾਰੀ ਕਰਦੇ ਹਾਂ, ਤੇ ਗਲਤੀਆਂ ਵੀ ਮਨੁੱਖ ਦੀਆਂ 2-3 ਹੀ ਬਖਸ਼ੀਆਂ ਜਾਂਦੀਆਂ ਨੇ। ਉਦੋਂ ਬਾਅਦ ਤਾਂ ਫਿਰ ਆਪਾਂ ਕਹਿ ਦਿੰਦੇ ਹਾਂ ਵੀ ਇਹ ਨਹੀਂ ਹਟਦਾ, ਇਹ ਇਸੇ ਤਰ੍ਹਾਂ ਹੀ ਕਰੂਗਾ। ਕਿਸੇ ਨੇ 1 ਵਾਰੀ ਕੀਤਾ ਤੇ ਆਪਾਂ ਕਹਿ ਦਿੰਦੇ ਹਾਂ ਗਲਤੀ ਹੋ ਗਈ ਹੈ, ਚੱਲ ਕੋਈ ਨਹੀਂ ਭਾਈ, ਅੱਗੇ ਤੋਂ ਨਾ ਕਰੀ। ਦੂਜੀ ਵਾਰ ਫਿਰ ਆਪਾਂ ਥੋੜ੍ਹਾ ਜਿਹਾ ਕੌੜੇ ਹੋ ਕੇ ਕਹਿ ਦਿੰਦੇ ਹਾਂ ਯਾਰ ਤੇਰੀ ਇਹ ਦੂਜੀ ਗਲਤੀ ਹੈ ਤੇ ਤੂੰ ਹੁਣ ਬੰਦਾ ਬਣ ਜਾ। ਤੀਜੀ ਵਾਰ ਫਿਰ ਥੋੜ੍ਹਾ ਜਿਹਾ ਘੂਰ ਕੱਪ ਕਰਕੇ ਕਹਿ ਦਈਦਾ, ਤੇ ਚੌਥੀ ਵਾਰ ਫਿਰ ਗੁੰਜਾਇਸ਼ ਨਹੀਂ ਰਹਿੰਦੀ, ਫਿਰ ਕਹੀਦਾ ਨਾ ਭਾਈ ਹੁਣ ਤਾਂ ਮੁਸ਼ਕਲ ਹੈ। ਇਸ ਤਰ੍ਹਾਂ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਸਾਨੂੰ ਦੱਸਦੇ ਨੇ ਵੀ ਹੇ ਮੇਰੇ ਪਰਮਾਤਮਾ, 1 2 ਤੇ 3 ਸਾਡੇ ਕੋਲੇ ਇਸ ਤੋਂ ਅੱਗੇ ਸ਼ਬਦ ਹੀ ਕੋਈ ਨਹੀਂ ਕਿ ਅਸੀਂ ਤੇਰੇ ਤੋਂ ਬਲਿਹਾਰ ਜਾ ਸਕੀਏ। ਲੱਖ ਬਰੀਆ ਦਾ ਅਰਥ ਹੈ ਵਾਰੀ। ਸਾਡੇ ਕੋਲ ਸ਼ਬਦ ਹੀ ਕੋਈ ਨਹੀਂ ਵੀ ਅਸੀਂ ਕਿੰਨੇ ਵਾਰੀ ਤੇਰੇ ਤੋਂ ਬਲਿਹਾਰ ਜਾ ਸਕੀਏ।
ਕਿਉਂ? ਜਿਨ ਭਰਮ ਪਰਦਾ ਖੋਲਾ ਰਾਮ। ਸਾਡੇ ਅੰਦਰ ਜਿਹੜਾ ਭਰਮ ਬਣਿਆ ਸੀ ਨਾ, ਉਹ ਆਪ ਜੀ ਨੇ ਕਿਰਪਾ ਕਰਕੇ ਤੇ ਉਹ ਪਰਦਾ ਖੋਲ ਦਿੱਤਾ ਹੈ। ਜਿਹੜਾ ਭਰਮ ਦਾ ਪਰਦਾ ਹੈ ਇਹ ਤੇਰੀ ਰਹਿਮਤ ਕਿਰਪਾ ਦੇ ਨਾਲ ਖੁੱਲਿਆ। ਤੇ ਹੁਣ ਪਰਦਾ ਜਿਹੜਾ ਭਰਮ ਦਾ ਉਹ ਕੀ ਏ? ਇਹ ਪਰਦਾ ਭਾਈ ਭਗਤ ਕਬੀਰ ਜੀ ਦੇ ਸ਼ਲੋਕ ਆਪਾਂ ਪਹਿਲੋਂ ਵਿਚਾਰੇ ਨੇ। ਉਹਨਾਂ ਵਿੱਚ ਭਗਤ ਜੀ ਨੇ ਦੱਸਿਆ, ਜਦੋਂ ਮਨੁੱਖ ਨੂੰ ਥੋੜਾ ਜਿਹਾ ਗਿਆਨ ਹੁੰਦਾ ਨਾ, ਉਹ ਕਹਿੰਦਾ ਮੇਰੇ ਵਰਗਾ ਗਿਆਨੀ ਕੋਈ ਨਹੀਂ। ਫਿਰ ਜਦੋਂ ਥੋੜਾ ਜਿਹਾ ਹੋਰ ਗਿਆਨ ਹੋ ਜਾਂਦਾ ਹੈ, ਫਿਰ ਉਹ ਕਹਿੰਦਾ ਵੀ ਨਹੀਂ, ਉਹ ਗਿਆਨ ਨਹੀਂ ਸੀ, ਇਹ ਅੱਗੇ ਜ਼ਿਆਦਾ ਵਧੀਆ ਗਿਆਨ ਹੈ। ਤੇ ਇਸ ਦੇ ਲਈ ਦਾਸ ਨੁਕਤਾ ਪੇਸ਼ ਕਰਦਾ ਹੁੰਦਾ, ਬੱਚਾ ਗਿਆ ਏ ਬੇਰੀ ਦੇ ਥੱਲੇ, ਬੇਰ ਚੁੱਕਿਆ, ਉਹ ਬੇਰ ਕੱਚਾ ਹੈ, ਚੱਕ ਲਿਆ, ਉਹਦੇ ਨਾਲ ਪਿਆਰ ਹੋ ਗਿਆ। ਜਦੋਂ ਅੱਗੇ ਉਦੋਂ ਜ਼ਿਆਦਾ ਪੱਕਾ ਮਿਲਿਆ, ਫਿਰ ਉਹ ਸੱਟ ਦਿੱਤਾ, ਨਹੀਂ ਇਹ ਮੈਂ ਕਿਉਂ ਖਾਵਾਂ, ਮੈਂ ਤਾਂ ਜ਼ਿਆਦਾ ਪੱਕਾ ਖਾਵਾਂਗਾ। ਫਿਰ ਉਸ ਤੋਂ ਹੋਰ ਪੱਕਾ ਮਿਲ ਗਿਆ, ਫਿਰ ਉਹ ਸੱਟ ਦਿੱਤਾ। ਇਸ ਤਰ੍ਹਾਂ ਮਨੁੱਖ ਦੀਆਂ ਜਦੋਂ ਮਨ ਦੀਆਂ ਗਿਆਨ ਵਾਲੀਆਂ ਤਹਿਾਂ ਖੁੱਲ੍ਹਦੀਆਂ ਨੇ, ਇਹ ਅੱਗੇ ਤੋਂ ਅੱਗੇ ਚਲਾ ਜਾਂਦਾ ਹੈ। ਤੇ ਫਿਰ ਪਿਛਲਾ ਜਿਹੜਾ ਨਾ, ਉਹਦੇ ਤੇ ਬੜਾ ਪਛਤਾਵਾ ਕਰਦਾ ਹੈ ਵੀ ਉੱਥੇ ਤਾਂ ਮੈਂ ਵੀ ਖਲੋਤਾ ਸੀ, ਇਹ ਤਾਂ ਉਦੋਂ ਵਧੀਆ ਚੰਗਾ ਗਿਆਨ ਨੇ। ਇਹ ਮਨ ਦੀਆਂ ਤਹਿ। ਇਸੇ ਕਰਕੇ ਤਾਂ ਉਸ ਪ੍ਰਭੂ ਪਰਮਾਤਮਾ ਨੂੰ ਗਹਿਰ ਗੰਭੀਰਾ ਗੁਣੀ ਗਹੀਰਾ ਆਖਿਆ। ਗਹਿਰ ਗੰਭੀਰਾ, ਤੇਰੇ ਗਿਆਨ ਦੀ ਗਹਿਰਾਈ ਦੇ ਵਿੱਚ ਅਸੀਂ ਜਿੰਨਾ ਜਾਂਦੇ ਹਾਂ ਨਾ, ਓਨਾ ਹੀ ਗੰਭੀਰ ਹੁੰਦੇ ਜਾਂਦੇ ਹਾਂ, ਓਨੀ ਹੀ ਸਾਡੇ ਅੰਦਰ ਗੰਭੀਰਤਾ ਜਿਹੜੀ ਉਹ ਬਣ ਜਾਂਦੀ। ਕਿਉਂਕਿ ਤੂੰ ਗੁਣੀ ਗਹੀਰਾ, ਤੂੰ ਗੁਣਾ ਦਾ ਭੰਡਾਰ ਹੈ, ਤੂੰ ਗੁਣਾ ਦਾ ਢੇਰ ਹੈ। ਵੈਸੇ ਗਹੀਰਾ ਦਾ ਅਰਥ ਹੁੰਦਾ ਢੇਰ। ਜਿਵੇਂ ਮਾਈਆਂ ਪਾਥੀਆਂ ਪਾਥਦੀਆਂ ਨੇ ਨਾ, ਤੇ ਆਪਾਂ ਕਹਿੰਦੇ ਗੁਹਾਰਾ ਲਾ ਦਿੱਤਾ, ਇਹ ਵਿਗੜੀ ਹੋਈ ਬੋਲੀ ਹੈ, ਟਕਸਾਲੀ ਬੋਲੀ ਦੇ ਵਿੱਚ ਗਹੀਰਾ ਹੀ ਕਹਿੰਦੇ ਨੇ। ਇਹ ਢੇਰ ਲਾ ਦਿੱਤਾ, ਇਹਦਾ ਅਰਥ ਬਣਦਾ ਤੂੰ ਗੁਣਾ ਦਾ ਢੇਰ ਹੈ। ਤੇ ਤੇਰੇ ਗੁਣਾਂ ਦੀ ਗਹਿਰਾਈ ਦੇ ਵਿੱਚ ਜਿਵੇਂ ਜਿਵੇਂ ਅਸੀਂ ਉਤਰਦੇ ਹਾਂ, ਉਵੇਂ ਉਵੇਂ ਗੰਭੀਰ ਹੋਈ ਜਾਂਦਾ ਹੈ। ਇੱਕ ਗੁਣ ਦੀ ਪ੍ਰਾਪਤੀ ਹੋਈ ਹੈ, ਅੱਗੇ ਹੋਰ ਗੁਣ ਮਿਲ ਗਏ, ਫਿਰ ਹੋਰ ਗੁਣ ਮਿਲ ਗਿਆ। ਜਿਵੇਂ ਜਿਵੇਂ ਅੱਗੇ ਜਾਈਦੇ, ਮਨ ਦੇ ਵਿੱਚ ਇਹ ਲਾਲਸਾ, ਇਹ ਤਮੰਨਾ ਹੁੰਦੀ ਏ ਵੀ ਇਹ ਪ੍ਰਭੂ ਪਰਮਾਤਮਾ ਜਿਹੜਾ ਗੁਣਾਂ ਦਾ ਖਜ਼ਾਨਾ ਹੈ, ਇਹਦੇ ਮੈਂ ਹੁਣ ਅੱਗੇ ਤੋਂ ਅੱਗੇ ਜਿਹੜੇ ਹੋਰ ਗੁਣ ਨੇ ਉਹਨਾਂ ਦੀ ਪ੍ਰਾਪਤੀ ਕਰਾਂ। ਤੇ ਇਹ ਪ੍ਰਾਪਤੀ ਜਿਹੜੀ ਏ ਜਿਵੇਂ ਜਿਵੇਂ ਹੁੰਦੀ ਹੈ, ਉਵੇਂ ਉਵੇਂ ਫਿਰ ਮਨ ਦਾ ਭਰਮ ਦੂਰ ਹੁੰਦਾ ਜਾਂਦਾ ਹੈ। ਤੇ ਮਨੁੱਖ ਨੂੰ ਪਤਾ ਲੱਗਦਾ ਜਾਂਦਾ ਵੀ ਪਿੱਛੇ ਜਿਹੜਾ ਮੇਰੇ ਕੋਲ ਗਿਆਨ ਸੀ ਨਾ, ਉਹ ਵੱਖਰੀ ਗਿਆਨ ਸੀ, ਅਨੁਭਵੀ ਗਿਆਨ ਨਹੀਂ ਸੀ। ਇਹ ਹੁਣ ਅਨੁਭਵੀ ਗਿਆਨ ਹੋ ਗਿਆ, ਤਤ ਗਿਆਨ ਨਹੀਂ ਹੈਗਾ। ਇਹ ਹੁਣ ਤਤ ਗਿਆਨ ਹੋ ਗਿਆ ਤੇ ਸਰੂਪ ਦਾ ਗਿਆਨ ਨਹੀਂ ਹੈਗਾ। ਜਦੋਂ ਸਰੂਪ ਦਾ ਗਿਆਨ ਹੁੰਦਾ ਨਾ, ਫਿਰ ਉਹਦੇ ਵਰਗਾ ਹੋ ਜਾਂਦਾ। ਜਦੋਂ ਉਹਦੇ ਵਰਗਾ ਹੋ ਜਾਂਦਾ, ਫਿਰ ਕਿਸੇ ਚੀਜ਼ ਦੀ ਲੋੜ ਨਹੀਂ। ਜਦੋਂ ਉਹਦੇ ਵਰਗਾ ਹੀ ਹੋ ਗਿਆ, ਉਸੇ ਦਾ ਰੂਪ ਹੋ ਗਿਆ, ਤੇ ਫਿਰ ਇਸ ਤੋਂ ਅੱਗੇ ਹੁਣ ਕੀ ਚਾਹੀਦਾ? ਕੁਝ ਨਹੀਂ ਚਾਹੀਦਾ। ਇਹ ਭਰਮ ਹੈ, ਇਹ ਭਰਮ ਦੇ ਪਰਦੇ ਖੋਲ੍ਹਣ ਵਾਲਾ ਮੇਰਾ ਪ੍ਰਭੂ ਪਰਮਾਤਮਾ ਜੋ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ। ਤੇ ਹੇ ਮੇਰੇ ਪਰਮਾਤਮਾ, ਤੂੰ ਇਹ ਸਾਡੇ ਤੇ ਜੋ ਕਿਰਪਾ ਕੀਤੀ ਏ, ਸਾਡੀ ਸੁਰਤ ਧੁਰੀ ਏ ਤੇ ਤੇਰੇ ਦਰ ਤੱਕ ਪਹੁੰਚ ਗਈ ਏ, ਤੂੰ ਰਹਿਮਤ ਕੀਤੀ ਏ, ਕਿਰਪਾ ਕੀਤੀ। ਇਸ ਕਰਕੇ ਅਸੀਂ ਕਰੋੜਾਂ ਅਰਬਾਂ ਵਾਰੀ ਤੇਰੇ ਤੋਂ ਵਾਰਨੇ ਬਲਿਹਾਰਨੇ ਜਾਂਦੇ ਹਾਂ ਜੀ। ਮਿਟੇ ਅੰਧਾਰੇ ਤਜੇ ਵਿਕਾਰੇ, ਠਾਕੁਰ ਸਿਉ ਮਨ ਮਾਨਾ। ਤਾਂ ਗੁਰੂ ਜੀ ਅੱਗੇ ਰਹਿਮਤ ਕਰਦੇ ਨੇ, ਮਿਟੇ ਅੰਧਾਰੇ। ਅੰਧਾਰੇ ਦਾ ਅਰਥ ਹੁੰਦਾ ਸਾਨੂੰ ਅੰਨਾ ਕਰਨ ਵਾਲੇ। ਅੰਧ ਤੋਂ ਅੰਧਾ ਤੇ ਅੰਧਾ ਤੋਂ ਅੰਧਾਰੇ। ਅੰਧ ਕਹਿੰਦੇ ਨੇ ਜਿੱਥੇ ਕੁਝ ਦਿਸੇ ਨਾ, ਤੇ ਅੰਧਾ ਕਹਿੰਦੇ ਨੇ ਜਿਹਨੂੰ ਕੁਝ ਵੀ ਨਾ ਦਿਸੇ। ਅੰਧ ਦਾ ਅਰਥ ਹੈ ਨਾ ਦਿਸਣਾ, ਤੇ ਅੰਧਾ ਉਹਨੂੰ ਕਹਿੰਦੇ ਨੇ ਜਿਹਨੂੰ ਦਿਸਦਾ ਨਹੀਂ। ਅੰਧ ਅੰਧਾਰੇ, ਹਨੇਰਾ ਕਰਨ ਵਾਲੇ। ਹੁਣ ਅੰਧਾ ਕਿਵੇਂ ਹੋਇਆ? ਅੰਧਾਰੇ ਹਨੇਰਾ ਕਰਨ ਵਾਲੇ। ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹਨੇ ਸਾਨੂੰ ਅੰਨਾ ਕਰ ਰੱਖਿਆ। ਮਿਟੇ ਅੰਧਾਰੇ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜਿਨ੍ਹਾਂ ਕਰਕੇ ਸਾਡੇ ਅੰਦਰ ਹਨੇਰਾ ਬਣਿਆ ਸੀ, ਜਿਸ ਹਨੇਰੇ ਕਰਕੇ ਅਸੀਂ ਅੰਨੇ ਹੋਏ ਸਾਂ, ਉਹ ਸਾਰੇ ਦੇ ਸਾਰੇ ਮਿਟ ਗਏ ਨੇ। ਹੁਣ ਇਹਨੂੰ ਇਸ ਤਰ੍ਹਾਂ ਸਮਝ ਲਓ, ਪਰਲੇ ਪਾਸੇ ਲਾਈਟ ਜਗੀ ਜਾਂਦੀ ਏ, ਵਿਚਾਲੇ ਦੀਵਾਰ ਏ, ਤੇ ਉਹ ਪ੍ਰਕਾਸ਼ ਏ ਜਿਹੜਾ ਉਹ ਇੱਧਰ ਨਹੀਂ ਆਏਗਾ, ਵਿਚਾਲੇ ਪਰਦਾ ਏ। ਇਹ ਅਸੀਂ ਹਨੇਰੇ ਵਾਲੇ ਪਾਸੇ ਆ, ਪ੍ਰਕਾਸ਼ ਵਾਲੇ ਪਾਸੇ ਨਹੀਂ। ਤੇ ਉਹ ਪਰਦੇ ਕਰਕੇ ਜਿਹੜਾ ਹਨੇਰਾ ਬਣਿਆ, ਜਿਹਦੇ ਕਰਕੇ ਅਸੀਂ ਅੰਨੇ ਹੋ ਰਹੇ ਹਾਂ, ਸਾਨੂੰ ਚਾਨਣ ਨਹੀਂ ਹੋ ਰਿਹਾ, ਕੁਝ ਦਿਸ ਨਹੀਂ ਰਿਹਾ। ਜੇ ਉਹ ਪਰਦਾ ਪਾਸੇ ਕਰ ਦਿੱਤਾ ਜਾਵੇ ਤੇ ਫਿਰ ਪ੍ਰਕਾਸ਼ ਹੋ ਜਾਵੇਗਾ, ਸਾਨੂੰ ਦਿਸ ਜਾਵੇਗਾ। ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰੂ ਨੇ ਜਪਜੀ ਸਾਹਿਬ ਦੇ ਅੰਦਰ ਸਾਨੂੰ ਇਹ ਦੱਸਿਆ ਨਾ, ਕਿਵ ਸਚਿਆਰਾ ਹੋਈਐ। ਅਸੀਂ ਸੱਚੇ ਕਿਵੇਂ ਹੋਈਏ? ਕਿਵ ਕੂੜੈ ਟੁੱਟੇ ਪਾਲ। ਪਾਲ ਦਾ ਅਰਥ ਪੜਦਾ, ਤੇ ਇਹ ਝੂਠ ਦਾ ਪੜਦਾ ਕਿਵੇਂ ਟੁੱਟੇ? ਇਹਦਾ ਸਾਧਨ ਕੀ ਹੈ? ਤੇ ਗੁਰੂ ਮਹਾਰਾਜ ਜੀ ਅੱਗੇ ਫਿਰ ਸਾਧਨ ਦੱਸਦੇ ਨੇ, ਅੰਮ੍ਰਿਤ ਵੇਲਾ ਸੱਚ ਨਾਉ। ਅੰਮ੍ਰਿਤ ਵੇਲਾ ਹੋਵੇ ਤੇ ਸੱਚੇ ਸਤਿਗੁਰ ਦੇ ਸੱਚੇ ਨਾਮ ਦੇ ਨਾਲ ਜੁੜੇ। ਜਿਵੇਂ ਜਿਵੇਂ ਨਾਮ ਜਪਾਂਗੇ, ਜਿਵੇਂ ਜਿਵੇਂ ਸਿਮਰਨ ਕਰਾਂਗੇ,
ਉਸ ਵਾਹਿਗੁਰੂ ਪਰਮਾਤਮਾ ਦਾ ਉਵੇਂ ਜਿਵੇਂ ਇਹ ਪੜਦਾ ਜਿਹੜਾ ਇਹ ਬਰੀਕ ਹੁੰਦਾ ਜਾਏਗਾ। ਜਦੋਂ ਪੜਦਾ ਬਰੀਕ ਹੋਣ ਲੱਗ ਜਾਵੇ ਤੇ ਫਿਰ ਇਹਦੇ ਵਿੱਚੋਂ ਥੋੜਾ ਥੋੜਾ ਪ੍ਰਕਾਸ਼ ਆਉਣਾ ਸ਼ੁਰੂ ਹੋ ਜਾਂਦਾ ਹੈ, ਤੇ ਜਦੋਂ ਬਿਲਕੁਲ ਹੀ ਬਰੀਕ ਹੋ ਜੇ ਜਾਂ ਪਾਸੇ ਹੋ ਜੇ ਤੇ ਫਿਰ ਪੂਰਾ ਪ੍ਰਕਾਸ਼ ਹੋ ਜਾਂਦਾ। ਸਾਧਨ ਹੈ ਜਿਹੜਾ ਉਹ ਅੰਮ੍ਰਿਤ ਵੇਲਾ ਉਸ ਪ੍ਰਭੂ ਪਰਮਾਤਮਾ ਦਾ ਜਸ ਕਰਨ ਦਾ, ਨਾਮ ਕਰਨ ਦਾ ਹੈ। ਜਸ ਕਰਦੇ ਆ, ਨਾਮ ਕਰਦੇ ਆ, ਇਹ ਅਗਿਆਨਤਾ ਦਾ ਜਿਹੜਾ ਝੂਠ ਦਾ ਪੜਦਾ ਇਹ ਪਾਸੇ ਹੋ ਜਾਂਦਾ, ਜਿਹਨੇ ਸਾਨੂੰ ਅੰਨ੍ਹਿਆ ਕੀਤਾ ਹੋਇਆ, ਜਿਸ ਕਰਕੇ ਸਾਨੂੰ ਪ੍ਰਕਾਸ਼ ਨਹੀਂ ਦਿਸ ਰਿਹਾ, ਜਿਸ ਕਰਕੇ ਸਾਨੂੰ ਗਿਆਨ ਦੀ ਪ੍ਰਾਪਤੀ ਨਹੀਂ ਹੋਗੀ। ਤੇ ਗੁਰੂ ਜੀ ਰਹਿਮਤ ਕਰਦੇ ਨੇ, ਮਿਟੇ ਅੰਧਾਰੇ ਇਹ ਹਨੇਰਾ ਜਿਹੜਾ ਨਾ ਜਿੰਦੇ ਕਰਕੇ ਅਸੀਂ ਅੰਨੇ ਹੋਏ ਸੀ ਇਹ ਮਿਟ ਗਏ। ਤਜੇ ਬਕਾਰੇ, ਤੇ ਹੁਣ ਨਾ ਕੰਮ ਆਉਣ ਵਾਲੀਆਂ ਚੀਜ਼ਾਂ ਛੱਡ ਦਿੱਤੀਆਂ ਨੇ। ਅਸੀਂ ਕਹਿ ਦਿੰਦੇ ਹਾਂ ਨਾ ਇਹ ਬਕਾਰ ਹੈ। ਕਾਰ ਦਾ ਅਰਥ ਹੁੰਦਾ ਕੰਮ ਦੇ ਵਿੱਚ ਲੱਗਣਾ, ਤੇ ਬਕਾਰ ਦਾ ਅਰਥ ਹੁੰਦਾ ਜਿਹੜੀ ਚੀਜ਼ ਕੰਮ ਦੇ ਵਿੱਚ ਨਹੀਂ ਆਉਣ ਵਾਲੀ। ਇਹ ਬਕਾਰ ਤੋਂ ਫਿਰ ਕਵਾੜ ਬਣਿਆ ਹੈ। ਗੁਰੂ ਜੀ ਰਹਿਮਤ ਕਰਦੇ ਨੇ, ਇਹ ਮੇਰੇ ਸੱਚੇ ਸਤਿਗੁਰੂ ਜੀ ਤੇਰੀ ਕਿਰਪਾ ਹੋ ਗਈ ਏ, ਸਾਡੇ ਅੰਦਰ ਜਿਹੜਾ ਅਗਿਆਨਤਾ ਦਾ ਹਨੇਰਾ ਸੀ ਉਹ ਮਿਟ ਗਿਆ। ਤੇ ਜਦੋਂ ਮਨੁੱਖ ਨੂੰ ਗਿਆਨ ਹੋ ਜਾਵੇ ਤੇ ਫਿਰ ਉਹ ਗਿਆਨਵਾਨ ਮਨੁੱਖ ਦੀ ਇਹ ਨਿਸ਼ਾਨੀ ਹੁੰਦੀ ਹੈ, ਜਿਹੜੀਆਂ ਚੀਜ਼ਾਂ ਦੀ ਲੋੜ ਹੀ ਨਹੀਂ ਬਕਾਰ ਦੇ ਵਿੱਚ ਨੇ ਉਹ ਕਿਉਂ ਚੱਕਣੀਆਂ ਨੇ, ਵਾਧੂ ਦਾ ਭਾਰ ਕਿਉਂ ਚੱਕਣਾ। ਡੂਗਰ ਵਾਟ ਬਹੁਤ, ਗੁਰਬਾਣੀ ਦੇ ਅੰਦਰ ਫਰਮਾਨ ਆਉਂਦਾ ਹੈ ਭਈ ਗੁਰਮੁਖ ਪਿਆਰਿਆ, ਇੱਕ ਤਾਂ ਪਹਾੜੀ ਏਰੀਆ ਹੈ, ਡੂਗਰ ਕਹਿੰਦੇ ਨੇ ਪਹਾੜਾਂ ਨੂੰ, ਇੱਕ ਤਾਂ ਭਾਰੀ ਏਰੀਆ ਹੈ ਤੇ ਦੂਜਾ ਤੂੰ ਸਿਰ ਤੇ ਭਾਰ ਚੱਕਿਆ ਹੋਇਆ ਹੈ ਤੇ ਤੈਨੂੰ ਅੱਗੇ ਵੀ ਕੁਝ ਨਹੀਂ ਦਿਸਦਾ, ਕਿਉਂਕਿ ਪਹਾੜੀ ਏਰੀਆ ਜਿਹੜਾ ਹੁੰਦਾ ਇਹਦੇ 'ਚ ਰਾਹ ਸਿੱਧਾ ਨਹੀਂ ਹੁੰਦਾ। ਜੇ ਸਿੱਧਾ ਰਸਤਾ ਹੋਵੇ ਤੇ ਪਹਾੜ ਤੇ ਚੜਿਆ ਨਹੀਂ ਜਾਂਦਾ। ਵੇਖੋ ਧੰਨ ਗੁਰੂ ਨਾਨਕ ਦੇਵ ਜੀ ਨੇ ਦੱਖਣੀ ਓਂਕਾਰ ਦੀ ਬਾਣੀ ਦੇ ਅੰਦਰ ਤੋਂ ਕਹੇ ਗੁਰੂ ਮਹਾਰਾਜ ਜੀ, ਉੱਥੇ ਗੁਰੂ ਜੀ ਨੇ ਬੜਾ ਸੋਹਣਾ ਨੁਕਤਾ ਦਿੱਤਾ ਵੀ ਇੱਕ ਤਾਂ ਪਹਾੜੀ ਏਰੀਆ ਹੋਵੇ ਤੇ ਪਹਾੜਾਂ ਵਿੱਚ ਜਿਹੜੇ ਰਸਤੇ ਹੁੰਦੇ ਨੇ ਇਹ ਵਿੰਗੇ ਟੇਢੇ ਹੁੰਦੇ ਨੇ। ਆਪਾਂ ਹੇਮਕੁੰਟ ਸਾਹਿਬ ਨੂੰ ਜਾਂਦੇ ਆ ਨਾ ਦਰਸ਼ਨ ਕਰਨ, ਤੇ ਆਪਾਂ ਨੂੰ ਪਤਾ ਹੀ ਹੈ ਗੱਡੀਆਂ ਕਿੰਨੇ ਵਿੰਗ ਵਲਾਵੇਂ ਖਾ ਕੇ ਉੱਪਰ ਪਹਾੜੀ ਦੇ ਚੜ੍ਹਦੀਆਂ ਨੇ। ਪੈਦਲ ਰਸਤਾ ਜਿਹੜਾ ਉਹ ਵੀ ਇਸੇ ਤਰ੍ਹਾਂ ਦਾ ਹੀ ਹੈ। ਡੂਗਰ ਵਾਟ ਬਹੁਤ, ਇੱਕ ਤਾਂ ਪਹਾੜੀ ਏਰੀਆ ਹੋਵੇ ਤੇ ਇੱਕ ਜਾਣਾ ਬੜੀ ਦੂਰ ਹੋਵੇ, ਤੇ ਇੱਕ ਸਿਰ ਦੇ ਉੱਤੇ ਬੁਚਕੀ ਭਾਰ ਦੀ ਚੁੱਕੀ ਹੋਵੇ, ਵਜਨ ਹੋਵੇ ਉੱਤੇ, ਤੇ ਇੱਕ ਦਿਸਦਾ ਵੀ ਨਾ ਹੋਵੇ, ਤੇ ਫਿਰ ਭਾਈ ਉਹਦਾ ਪਹੁੰਚਣਾ ਤਾਂ ਬੜਾ ਮੁਸ਼ਕਲ ਹੈ, ਉਹ ਨਹੀਂ ਪਹੁੰਚ ਸਕੇਗਾ। ਤੇ ਫਿਰ ਜੇ ਉਹਨੂੰ ਗਿਆਨ ਹੋ ਜਾਵੇ ਤੇ ਉਹ ਆਖੇਗਾ ਮੈਂ ਆਹ ਭਾਰ ਕਿਉਂ ਚੱਕਾਂ, ਜਿਹੜੀ ਚੀਜ਼ ਦੀ ਮੈਨੂੰ ਲੋੜ ਹੀ ਨਹੀਂ, ਮੈਂ ਇਹਨੂੰ ਚੱਕ ਕੇ ਕਿਉਂ ਤੁਰਾਂ। ਤੇ ਹੁਣ ਇੱਥੇ ਸਾਡੇ ਲਈ ਬਕਾਰ ਕੀ ਹੈ, ਜਦੋਂ ਅਸੀਂ ਕਿਸੇ ਦੀ ਨਿੰਦਿਆ ਕਰਨ ਲੱਗ ਜਾਂਦੇ ਹਾਂ ਨਾ, ਇਹ ਸਾਡੇ ਲਈ ਬਕਾਰ ਹੈ, ਇਹ ਚੱਕ ਕੇ ਤੁਰਨ ਦੀ ਲੋੜ ਨਹੀਂ ਸਾਨੂੰ। ਕਿਸੇ ਦੀ ਬੁਰਿਆਈ, ਕਿਸੇ ਦੀ ਨਿੰਦਿਆ, ਝੂਠ ਤਪਾਨ ਹੋਰ ਬਕਾਰ ਨੇ, ਜਿਹੜੇ ਸਾਰੇ ਔਗਣ ਨੇ ਜਿਹੜੇ ਬਕਾਰ ਦੇ ਵਿੱਚ ਨੇ, ਇਹਨਾਂ ਨੂੰ ਚੱਕ ਕੇ ਸਾਨੂੰ ਤੁਰਨ ਦੀ ਲੋੜ ਨਹੀਂ। ਤਜੇ ਬਕਾਰੇ ਇਹ ਅਸੀਂ ਛੱਡ ਦਿੱਤੇ ਨੇ। ਛੱਡੇ ਕਿਉਂ ਨੇ? ਕਿਉਂਕਿ ਉਸ ਪ੍ਰਭੂ ਪਰਮਾਤਮਾ ਨੇ ਗਿਆਨਤਾ ਦਾ ਸਾਨੂੰ ਪ੍ਰਕਾਸ਼ ਦਿੱਤਾ ਹੈ, ਅਸੀਂ ਗਿਆਨਵਾਨ ਹੋ ਗਏ ਹਾਂ, ਸੋਝੀ ਆ ਗਈ ਹੈ, ਹਨੇਰਾ ਮਿਟ ਗਿਆ, ਤੇ ਬਕਾਰ ਜਿਹੜੇ ਨੇ ਨਾ ਚੱਕ ਕੇ ਤੁਰਨ ਵਾਲੇ ਜਿਹੜਾ ਵਾਧੂ ਦਾ ਭਾਰ ਸੀ ਉਹ ਵੀ ਲਾ ਦਿੱਤਾ ਹੈ। ਠਾਕਰ ਸਿਓ ਮਨ ਮਾਨਾ, ਕਿਉਂਕਿ ਹੁਣ ਮਨ ਇਸ ਗੱਲ ਦੇ ਲਈ ਮੰਨ ਗਿਆ ਕਿ ਮੈਂ ਉਸ ਮਾਲਕ ਦੇ ਦਰ ਤੱਕ ਪਹੁੰਚਣਾ ਹੈ। ਮਨ ਨੇ ਜਿਹੜਾ ਉਹਨੇ ਇਸ ਗੱਲ ਨੂੰ ਮੰਨ ਲਿਆ ਵੀ ਮੈਂ ਉੱਥੇ ਤੱਕ ਪਹੁੰਚਣਾ। ਬੱਚਾ ਉਹਦੇ ਮਨ ਦੇ ਵਿੱਚ ਇਹ ਆ ਜੇ ਨਾ ਵੀ ਮੈਂ ਤਾਂ ਫਸਟ ਡਿਵੀਜ਼ਨ ਲੈਣੀ ਹੈ, ਤੇ ਫਿਰ ਉਹ ਦਿਨ ਰਾਤ ਇੱਕ ਕਰ ਦਿੰਦਾ ਹੈ, ਪੜ੍ਹਨ ਤੇ ਜ਼ੋਰ ਦੇ ਦਿੰਦਾ ਹੈ। ਆ ਬੱਚੇ ਜਿਹੜੇ ਖੇਡਦੇ ਨੇ ਤੇ ਖੇਡਾਂ ਵਿੱਚ ਫਸਟ ਆਉਂਦੇ ਨੇ, ਜਦੋਂ ਇਹਨਾਂ ਦੇ ਮਨ ਦੇ ਵਿੱਚ ਇਹ ਇਰਾਦਾ ਹੋ ਜਾਏ ਨਾ ਵੀ ਮੈਂ ਜਿੱਤ ਕੇ ਆਉਣਾ ਹੈ, ਤੇ ਫਿਰ ਮੈਂ ਵੇਖਿਆ ਇਹ ਬੱਚੇ ਬੜੀ ਮਿਹਨਤ ਕਰਦੇ ਨੇ ਖੇਡ ਦੇ ਵਿੱਚ ਤੇ ਜਿੱਤ ਕੇ ਵੀ ਆ ਜਾਂਦੇ ਨੇ। ਇਹਨੂੰ ਕਹਿੰਦੇ ਨੇ ਮਨ ਮਾਨਣਾ, ਮਨ ਦਾ ਮਨ ਜਾਣਾ। ਮਨ ਨੇ ਇਸ ਗੱਲ ਨੂੰ ਪ੍ਰਵਾਨ ਕਰ ਲੈਣਾ ਵੀ ਮੈਂ ਇੱਥੋਂ ਤੱਕ ਪਹੁੰਚਣਾ ਹੀ ਪਹੁੰਚਣਾ। ਹੁਣ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਮਿਟੇ ਅੰਧਾਰੇ ਤੇਰੀ ਕਿਰਪਾ ਹੋਈ ਏ, ਸਾਡੇ ਅੰਦਰੋਂ ਹਨੇਰਾ ਖਤਮ ਹੋ ਗਿਆ, ਜਿਸ ਕਰਕੇ ਸਾਨੂੰ ਗਿਆਨ ਹੋਣ ਕਰਕੇ ਇਸ ਗੱਲ ਦੀ ਸੋਝੀ ਆ ਗਈ ਏ ਵੀ ਜਿਹੜੀਆਂ ਬੁਰਾਈਆਂ ਨੇ, ਵਕਾਰ ਨੇ, ਇਹਨਾਂ ਨੂੰ ਕਿਉਂ ਅਸੀਂ ਚੱਕ ਕੇ ਤੁਰੀਏ, ਜਦੋਂ ਰਸਤਾ ਹੀ ਇਤਨਾ ਲੰਮਾ ਤੇ ਇਤਨਾ ਔਖਾ ਪਹਾੜੀ ਏਰੀਆ ਹੈ। ਤਾਂ ਜੇ ਇਹਨਾਂ ਨੂੰ ਇਸ ਕਰਕੇ ਛੱਡ ਦਿੱਤਾ ਹੈ, ਹੁਣ ਸਾਡਾ ਮਨ ਇਸ ਗੱਲ ਨੂੰ ਮੰਨ ਗਿਆ ਹੈ, ਦਰ ਮਨ ਦੇ ਠਾਂਡੇ ਦਰਬਾਰ, ਕਿ ਉਸ ਵਾਹਿਗੁਰੂ ਦੇ ਦਰ ਦੇ ਤੱਕ ਪਹੁੰਚਣਾ ਹੈ ਜੀ। ਪ੍ਰਭ ਜੀ ਪਾਣੀ ਪਾਣੀ ਭਈ ਨਿਕਾਣੀ, ਸਫਲ ਜਨਮ ਪਰਵਾਨਾ। ਇਸ ਤਰ੍ਹਾਂ ਦਾ ਜਿਹੜਾ ਗੁਰਮੁਖ ਪਿਆਰਾ ਹੈ ਨਾ, ਉਹ ਪ੍ਰਭੂ ਪਰਮਾਤਮਾ ਨੂੰ ਭਾ ਜਾਂਦਾ ਹੈ। ਪ੍ਰਭ ਜੀ ਪਾਣੀ, ਪਾਣੀ ਦਾ ਅਰਥ ਹੈ ਭਾ ਜਾਣਾ। ਪ੍ਰਭ ਜੀ, ਹੇ ਮੇਰੇ ਪ੍ਰਭੂ, ਹੇ ਮੇਰੇ ਪਰਮਾਤਮਾ, ਹੇ ਮੇਰੇ ਵਾਹਿਗੁਰੂ, ਤੈਨੂੰ ਜੇ ਅਸੀਂ ਭਾ ਜਾਈਏ ਭਈ ਨਕਾਣੀ, ਉਹਨੂੰ ਫਿਰ ਕਿਸੇ ਪ੍ਰਕਾਰ ਦੀ ਨਾ ਕੋਈ ਕਾਣ ਨਹੀਂ ਰਹਿੰਦੀ। ਨਕਾਣੀ ਦਾ ਅਰਥ ਹੈ ਕਾਣ ਤੋਂ ਰਹਿਤ ਹੋ ਜਾਣਾ। ਕਾਣ ਕਾਹਦੀ ਏ?
ਇਹ ਅਣਕ ਪ੍ਰਕਾਰ ਦੀਆਂ ਨੇ ਜਿਹੜੀਆਂ ਮਨੁੱਖ ਨੂੰ ਕਾਣਾ ਨੇ। ਜੇ ਅਸੀਂ ਕਿਸੇ ਤੋਂ ਕਰਜ਼ਾ ਲਿਆ ਤੇ ਉਹਦੀ ਸਾਨੂੰ ਕਾਣ ਹੋ ਜਾਂਦੀ ਹੈ ਵੀ ਮੈਂ ਇਹਦੇ ਪੈਸੇ ਦੇਣੇ ਨੇ। ਜੇ ਮੈਂ ਇੱਥੇ ਸੱਚ ਬੋਲ ਦਿੱਤਾ ਜਾਂ ਇਹਦੀ ਗੱਲ ਦੇ ਵਿੱਚ ਗੱਲ ਨਾ ਮਿਲਾਈ ਜਾਂ ਹਾਂ ਨਾ ਕੀਤੀ ਤੇ ਫਿਰ ਭਈ ਆਖੂਗਾ ਮੇਰੇ ਹੁਣ ਹੀ ਰੱਖ ਇੱਥੇ, ਤੂੰ ਤਾਂ ਮੇਰਾ ਵਿਰੋਧੀ ਹੈ, ਭਾਵੇਂ ਸੱਚੇ ਹੀ ਮਨੁੱਖ ਹੋਵੇ। ਤੇ ਦੂਸਰੀ ਕਾਣ ਕਾਹਦੀ ਹੈ? ਸਾਡੀ ਬਲਾਦਰੀ ਦੀ, ਭਾਈਚਾਰੇ ਦੀ ਕਾਣ ਹੈ। ਸਾਡੀ ਬਲਾਦਰੀ ਹੈ, ਜਿਹੜਾ ਭਾਈਚਾਰਾ ਨਾ, ਇਹ ਵੀ ਇੱਕ ਕਾਣ ਹੈ। ਜਿਵੇਂ ਹੁਣ ਭਗਤ ਕਬੀਰ ਜੀ ਹੋਏ ਨੇ, ਇਹਨਾਂ ਦੇ ਜੀਵਨ ਨੂੰ ਜਦੋਂ ਅਸੀਂ ਪੜ੍ਹਦੇ ਹਾਂ, ਇਹਨਾਂ ਨੇ ਸਾਰੀਆਂ ਕਾਣਾਂ ਛੱਡਤੀਆਂ ਸੀ। ਭਗਤ ਕਬੀਰ ਜੀ ਆਪਣੀ ਬਾਣੀ ਦੇ ਅੰਦਰ ਲਿਖਦੇ ਨੇ, ਹਿੰਦੂ ਮੂਲੇ ਦੋ ਛੱਡੇ। ਇਹ ਭਗਤ ਜੀ ਕਹਿੰਦੇ ਨੇ ਮੈਂ ਹਿੰਦੂ ਵੀ ਛੱਡ ਦਿੱਤਾ ਤੇ ਮੁਸਲਮਾਨ ਮੁਲਾਣਿਆਂ ਨੂੰ ਵੀ ਛੱਡ ਦਿੱਤਾ ਹੈ। ਇਹਨਾਂ ਦੋਵਾਂ ਦੇ ਨਾਲ ਮੇਰਾ ਹੁਣ ਕੋਈ ਸੰਬੰਧ ਨਹੀਂ, ਭਾਵ ਇਹਨਾਂ ਦੋਵਾਂ ਦੀ ਮੈਨੂੰ ਕੋਈ ਕਾਣ ਨਹੀਂ। ਹਿੰਦੂ ਆਪਣੀ ਮਾਨ ਮਰਿਆਦਾ ਕਰੀ ਜਾਣ, ਪੱਥਰਾਂ ਨੂੰ ਪੂਜੀ ਜਾਣ, ਉਹਨਾਂ ਦੀ ਸੇਵਾ ਕਰੀ ਜਾਣ ਤੇ ਮੁਲਾਣੇ ਨਵਾਜ਼ਾਂ ਪੜ੍ਹੀ ਜਾਣ, ਇਹਨਾਂ ਦੋਵਾਂ ਦਾ ਨਾਲ ਮੇਰਾ ਕੋਈ ਵੀ ਕੰਮ ਨਹੀਂ। ਇਹਨਾਂ ਦੋਵਾਂ ਦੀ ਮਾਨ ਮਰਿਆਦਾ ਮੈਂ ਛੱਡ ਦਿੱਤੀ। ਛੱਡ ਕਿਉਂ ਦਿੱਤੀ ਹੈ? ਕਿਉਂਕਿ ਮੈਨੂੰ ਉਸ ਪ੍ਰਭੂ ਪਰਮਾਤਮਾ ਦਾ ਸਹੀ ਮਾਰਗ ਨਾ ਜਿਹੜਾ ਉਹ ਮਿਲ ਗਿਆ, ਮੈਨੂੰ ਸਹੀ ਰਸਤੇ ਦਾ ਪਤਾ ਲੱਗ ਗਿਆ। ਤੇ ਇਸ ਤਰ੍ਹਾਂ ਗੁਰੂ ਜੀ ਰਹਿਮਤ ਕਰਦੇ ਨੇ, ਪ੍ਰਭ ਜੀ ਭਾਣੀ ਜਦੋਂ ਅਸੀਂ ਵਾਹਿਗੁਰੂ ਪਰਮਾਤਮਾ ਨੂੰ ਚੰਗੇ ਲੱਗਦੇ ਹੋ, ਵਾਹਿਗੁਰੂ ਸਭ ਤੋਂ ਪਹਿਲੂ ਸਾਡੇ ਅੰਦਰ ਗੁਣ ਨਾ ਜਿਹੜਾ ਉਹ ਇਹੀ ਭਰਦਾ ਹੈ, ਭਈ ਨਕਾਣੀ। ਅਸੀਂ ਸਾਰੇ ਪ੍ਰਕਾਰ ਦੀਆਂ ਜਿਹੜੀਆਂ ਕਾਣਾਂ ਨੇ ਨਾ, ਜਿਨ੍ਹਾਂ ਕਰਕੇ ਸਾਡੇ ਇਸ ਮਾਰਗ ਦੇ ਵਿੱਚ ਰੁਕਾਵਟ ਪਵੇ, ਉਹ ਛੱਡ ਦਿੰਦੇ ਹਾਂ। ਜੇ ਨਹੀਂ ਛੱਡੀ ਤੇ ਅਜੇ ਇਹਦੇ ਤੇ ਗੁਰੂ ਦੀ ਕਿਰਪਾ ਨਹੀਂ ਹੋਈ। ਤੇ ਫਿਰ ਗੁਰੂ ਦੀ ਕਿਰਪਾ ਦੇ ਲਈ ਸਾਨੂੰ ਕਰਨਾ ਕੀ ਚਾਹੀਦਾ ਹੈ? ਉਸ ਦੇ ਅੱਗੇ ਅਰਦਾਸ ਬੇਨਤੀ ਜੋਦੜੀ ਕਰਨੀ ਚਾਹੀਦੀ। ਇੱਕ ਵਾਰੀ ਇਹਨਾਂ ਦਾਸ ਨੇ ਕਥਾ ਕਰਦੇ ਆ, ਵਿਚਾਰਾਂ ਕਰਦੇ ਆ, ਜਿਵੇਂ ਅੱਜ ਫਿਰ ਵਚਨ ਹੋ ਗਿਆ ਹੈ ਵੀ ਸਾਨੂੰ ਉਸ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਜੋਦੜੀ ਕਰਨੀ ਚਾਹੀਦੀ ਵੀ ਸੱਚੇ ਸਤਿਗੁਰ ਸਾਡੇ ਤੇ ਵੀ ਕਿਰਪਾ ਕਰ, ਅਸੀਂ ਵੀ ਤੈਨੂੰ ਚੰਗੇ ਲੱਗੀਏ ਤੇ ਅਸੀਂ ਵੀ ਸੰਸਾਰ ਦੀ ਜਿਹੜੀ ਇਹ ਕਾਣ ਇਹਨੂੰ ਛੱਡ ਦਈਏ। ਤੇ ਇੱਕ ਗੁਰਮੁਖ ਪਿਆਰਾ ਸੀ, ਉਹ ਕਹਿੰਦਾ ਬਾਬਾ ਜੀ ਜਦੋਂ ਕਰਨ ਵਾਲਾ ਉਹ ਪਰਮਾਤਮਾ ਤੇ ਫਿਰ ਆਪੇ ਕਰ ਦੇਗਾ, ਉਹਨੂੰ ਆਖਣ ਦੀ ਕੀ ਲੋੜ ਹੈ? ਉਹਨੂੰ ਫਿਰ ਆਖਣ ਦੀ ਕੀ ਲੋੜ ਹੈ? ਉਹਨੂੰ ਆਖਣ ਦੀ ਲੋੜ ਹੈ ਗੁਰਮੁਖੋ। ਕਿਉਂ ਲੋੜ ਹੈ? ਸਾਰਾ ਕੁਝ ਉਸ ਦੇ ਅਧੀਨ ਹੈ, ਅਸੀਂ ਵੀ ਉਸ ਦੇ ਅਧੀਨ ਹਾਂ। ਸਾਰਾ ਕੁਝ ਉਸ ਦੇ ਅਧੀਨ ਹੈ ਤੇ ਅਸੀਂ ਵੀ ਉਸ ਦੇ ਅਧੀਨ ਹਾਂ। ਇਹਨੂੰ ਇਸ ਤਰ੍ਹਾਂ ਸਮਝ ਲਓ, ਇੱਕ ਨੁਕਤੇ ਨਾਲ ਬੜੀ ਸਮਝ ਆਏਗੀ। ਹੁਣ ਪਤੀ ਪਤਨੀ ਹੈ ਦੋਵੇਂ, ਇਹ ਦੋਵੇਂ ਘਰ ਦੇ ਮਾਲਕ ਨੇ। ਪਤੀ ਪਤਨੀ ਇਹਨਾਂ ਦੋਵਾਂ ਦਾ ਘਰ ਹੈ ਤੇ ਘਰ ਦੇ ਮਾਲਕ ਨੇ। ਤੇ ਪਤਨੀ ਹੈ ਜਿਹੜੀ, ਇਹਦੇ ਅੰਦਰ ਜੇ ਹਲੀਮੀ ਹੋਏਗੀ ਤੇ ਪਤੀ ਦਾ ਸਤਿਕਾਰ ਬਣੇਗਾ, ਜੇ ਅੰਦਰ ਹਲੀਮੀ ਨਹੀਂ ਤੇ ਪਤੀ ਦਾ ਸਤਿਕਾਰ ਨਹੀਂ ਬਣੇਗਾ। ਹੁਣ ਘਰ ਦੇ ਵਿੱਚ ਪਤੀ ਮੁੱਕ ਗਈ ਏ ਤੇ ਉਹ ਪਤਨੀ ਪਤੀ ਨੂੰ ਆਖੇ ਤੈਨੂੰ ਨਹੀਂ ਪਤਾ ਵੀ ਅੰਦਰ ਰਸੋਈ ਦੇ ਵਿੱਚ ਪਤੀ ਨਹੀਂ ਹੈਗੀ, ਤੂੰ ਵੀ ਤਾਂ ਘਰੇ ਹੀ ਰਹਿਣਾ ਨਾ। ਇਹ ਹਲੀਮੀ ਨਹੀਂ ਹੈਗੀ, ਇਹ ਹਲੀਮੀ ਨਹੀਂ ਹੈਗੀ। ਇੱਥੇ ਹਲੀਮੀ ਖਤਮ ਹੋ ਜਾਂਦੀ। ਜਦੋਂ ਅਸੀਂ ਉਸ ਪਰਮਾਤਮਾ ਦੇ ਅਧੀਨ ਰਹਿੰਦੇ ਹਾਂ ਤੇ ਸਾਡੇ ਅੰਦਰ ਹਲੀਮੀ ਹੋਣੀ ਚਾਹੀਦੀ ਤੇ ਹਲੀਮੀ ਅਧੀਨ ਹੋ ਕੇ ਉਸ ਤੋਂ ਮੰਗਣਾ ਹੈ। ਜਦੋਂ ਅਸੀਂ ਉਸ ਦੇ ਅਧੀਨ ਹੋ ਕੇ ਉਸ ਪਰਮਾਤਮਾ ਵਾਹਿਗੁਰੂ ਤੋਂ ਮੰਗਦੇ ਹਾਂ ਤੇ ਫਿਰ ਉਹ ਦਿੰਦਾ ਹੈ, ਤੇ ਨਹੀਂ ਤਾਂ ਫਿਰ ਭਾਈ ਸ਼ਰੀਕਾ ਹੈ, ਬਰਾਬਰੀ ਹੈ। ਜੇ ਅਸੀਂ ਉਸ ਪਰਮਾਤਮਾ ਤੋਂ ਨਹੀਂ ਮੰਗਦੇ ਵੀ ਤੈਨੂੰ ਨਹੀਂ ਪਤਾ ਸਾਡੇ ਕਰਮਾਂ ਦੇ ਵਿੱਚ ਆ ਲਿਖਿਆ ਤੇ ਤੂੰ ਸਾਨੂੰ ਦੇ, ਤੂੰ ਦਿੰਦਾ ਕਿਉਂ ਨਹੀਂ, ਸਾਡੇ ਕਰਮ ਇੱਥੇ ਰੱਖ। ਇਹ ਗੱਲ ਅਸੀਂ ਕਿੱਥੇ ਆਖਦੇ ਹਾਂ? ਜਿੱਥੇ ਸਾਡੀ ਬਰਾਬਰੀ ਹੋਵੇ ਉੱਥੇ ਅਸੀਂ ਆਖਦੇ ਹਾਂ ਵੀ ਤੈਨੂੰ ਨਹੀਂ ਪਤਾ ਮੇਰਾ ਹੱਕ ਬਣਦਾ, ਮੇਰਾ ਹਿੱਸਾ ਬਣਦਾ, ਇੱਥੇ ਰੱਖ, ਤੂੰ ਰੱਖਦਾ ਕਿਉਂ ਨਹੀਂ? ਹੁਣ ਇੱਥੇ ਹਲੀਮੀ ਥੋੜ੍ਹੀ ਏ, ਸਾਡਾ ਹਿੱਸਾ ਹੈ। ਤੇ ਜੇ ਕੋਈ ਆਖੇਗਾ ਤੂੰ ਬੋਲਦਾ ਕਿਵੇਂ, ਤੇ ਆਪਾਂ ਅੱਗੋਂ ਕਹਿ ਸਕਦੇ ਹਾਂ ਮੇਰਾ ਹੱਕ ਹੈ, ਮੈਂ ਆਖਾਂਗਾ, ਮੈਂ ਮੰਗਾਂਗਾ, ਇਹਨੂੰ ਨਹੀਂ ਪਤਾ ਮੇਰਾ ਹੱਕ ਕਿਉਂ ਨਹੀਂ ਦਿੰਦਾ। ਇਹ ਹੁਣ ਹਲੀਮੀ ਨਹੀਂ ਹੈਗੀ ਨਾ। ਜਿਨ੍ਹਾਂ ਦੇ ਵਿੱਚ ਹਲੀਮੀ ਨਹੀਂ ਹੁੰਦੀ ਫਿਰ ਇਸ ਤਰ੍ਹਾਂ ਬੋਲਿਆ ਜਾਂਦਾ ਹੈ, ਪ੍ਰਭ ਜੀ ਭਾਣੀ ਭਈ ਨਕਾਣੀ ਹੈ ਮੇਰੇ ਵਾਹਿਗੁਰੂ ਤੂੰ ਕਿਰਪਾ ਕਰ, ਅਸੀਂ ਵੀ ਤੈਨੂੰ ਭਾ ਜਾਈਏ। ਤੇ ਇਸ ਕਰਕੇ ਆਪਾਂ ਨੂੰ ਸਦਾ ਅਰਦਾਸਾਂ ਹੀ ਕਰਦਿਆਂ ਰਹਿਣਾ ਚਾਹੀਦਾ ਹੈ। ਇਸ ਕਰਕੇ ਸਾਨੂੰ ਬੇਨਤੀਆਂ ਅਰਦਾਸਾਂ ਹੀ ਕਰਦਿਆਂ ਰਹਿਣਾ ਚਾਹੀਦਾ ਵੀ ਹੇ ਸੱਚੇ ਸਤਿਗੁਰ ਕਿਰਪਾ ਕਰੀ, ਰਹਿਮਤ ਕਰੀ, ਸਾਨੂੰ ਬਖਸ਼ਦਾ ਰਹੀਂ, ਸਾਡੇ ਅੰਦਰ ਹਲੀਮੀ ਬਣੀ ਰਵੇ ਤੇ ਤੇਰੇ ਤੋਂ ਨਾਮ ਦੀ ਦਾਤ ਹੈ ਜਿਹੜੀ ਉਹ ਸਾਨੂੰ ਪ੍ਰਾਪਤ ਹੁੰਦੀ ਰਵੇ। ਇਹ ਨਹੀਂ ਆਖਣਾ ਸਾਡੇ ਕਰਮਾਂ ਦੇ ਵਿੱਚ ਤੇ ਤੂੰ ਇੱਥੇ ਰੱਖ। ਪ੍ਰਭ ਜੀ ਭਾਣੀ ਭਈ ਨਕਾਣੀ, ਇਹ ਤੇਰਾ ਗੁਣ ਹੈ ਜਿਹੜਾ ਸਮਾਜ ਦੀ ਸਾਰੀ ਪ੍ਰਕਾਰ ਦੀ ਜਿਹੜੀ ਕਨੌੜ ਹੈ ਕਾਣ ਹੈ ਇਹ ਛੱਡਦੇ ਨਹੀਂ। ਸਫਲ ਜਨਮ ਪਰਵਾਨਾ, ਇਹ ਜਨਮ ਹੈ ਜਿਹੜਾ ਸਫਲ ਹੋ ਗਿਆ। ਤੇ ਪਰਵਾਨਾ ਦਾ ਅਰਥ ਹੁੰਦਾ ਪ੍ਰਵਾਨ, ਤੇ ਪ੍ਰਵਾਨ ਦਾ ਅਰਥ ਹੁੰਦਾ ਮਨਜ਼ੂਰ।
ਉਸ ਪ੍ਰਭੂ ਪਰਮਾਤਮਾ ਨੇ ਸਾਡੀ ਇਸ ਬੰਦਗੀ ਨੂੰ, ਇਸ ਸੇਵਾ ਨੂੰ ਮਨਜ਼ੂਰ ਕਰ ਲਿਆ ਹੈ ਜੀ। ਭਾਈ ਅਮੋਲੀ ਭਾਰਾ ਤੋਲੀ ਮੁਕਤ ਜੁਗਤ ਦਰ ਖੋਲਾ। ਹੁਣ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਭਾਈ ਅਮੋਲੀ। ਅਮੋਲੀ ਦਾ ਅਰਥ ਹੁੰਦਾ ਜਿੰਦਾ ਕੋਈ ਵੀ ਮੁੱਲ ਨਾ ਤਾਰਿਆ ਜਾਵੇ, ਜਿਹੜੀ ਚੀਜ਼ ਮੁੱਲ ਨਾ ਖਰੀਦੀ ਜਾਵੇ। ਹੁਣ ਗੁਰੂ ਦੀ ਕਿਰਪਾ ਦੇ ਨਾਲ ਗੁਰਸਿੱਖ ਦਾ ਜੀਵਨ ਜਿਹੜਾ ਹੈ ਨਾ, ਉਹ ਕਿਵੇਂ ਦਾ ਹੋ ਗਿਆ? ਅਮੋਲਕ ਹੋ ਗਿਆ ਹੈ। ਇਹ ਦੋਵਾਂ ਤੁਕਾਂ ਨੂੰ ਮੈਂ ਇੱਕ ਵਾਰੀ ਫਿਰ ਵਿਚਾਰਾਂਗਾ। ਪ੍ਰਭ ਜੀ ਭਾਣੀ ਉਸ ਪ੍ਰਭੂ ਪਰਮਾਤਮਾ ਨੂੰ ਅਸੀਂ ਭਾਗੇ ਆ। ਭਈ ਨਿਕਾਣੀ ਉਹਨੇ ਸਾਨੂੰ ਇਹ ਗੁਣ ਦੀ ਦਾਤ ਦੇ ਦਿੱਤੀ ਹੈ। ਅਸੀਂ ਹੁਣ ਕਿਸੇ ਦੀ ਕਾਣ ਹੈ ਨਾ ਜਿਹੜੀ, ਉਹਦੀ ਪਰਵਾਹ ਨਹੀਂ ਕਰਦੇ, ਕੇਵਲ ਤੇ ਕੇਵਲ ਬੰਦਗੀ ਸਿਮਰਨ ਪਰਮਾਤਮਾ ਦੇ ਭਜਨ ਦੇ ਵਿੱਚ ਲੱਗੇ ਰਹੀਦਾ ਹੈ। ਸਫਲ ਜਨਮ ਪਰਵਾਨਾ, ਇਸ ਤਰ੍ਹਾਂ ਦਾ ਜਨਮ ਹੈ ਜਿਹੜਾ ਉਹ ਸਫਲ ਹੋ ਗਿਆ ਤੇ ਪ੍ਰਭੂ ਨੇ ਮਨਜ਼ੂਰ ਕਰ ਲਿਆ ਵੀ ਤੇਰੀ ਭਜਨ ਬੰਦਗੀ ਸੇਵਾ ਕੀਤੀ ਹੈ ਨਾ ਜਿਹੜੀ, ਇਹ ਮਨਜ਼ੂਰ ਹੈ, ਇਹ ਪ੍ਰਵਾਨ ਹੋ ਗਈ ਹੈ। ਜਦੋਂ ਗੁਰਸਿੱਖ ਦੀ ਸੇਵਾ, ਗੁਰਸਿੱਖ ਦਾ ਭਜਨ ਬੰਦਗੀ ਪ੍ਰਵਾਨ ਹੋ ਜਾਂਦਾ ਤੇ ਫਿਰ ਉਹ ਅਮੋਲੀ ਅਮੋਲਕ ਹੋ ਜਾਂਦਾ ਹੈ। ਇਸ ਦੇ ਲਈ ਮੈਂ ਇੱਕ ਸਬੂਤ ਆਪ ਜੀ ਦੇ ਅੱਗੇ ਰੱਖਦਾ। ਧੰਨ ਗੁਰੂ ਅਮਰਦਾਸ ਜੀ ਸੱਚੇ ਸਤਿਗੁਰੂ ਇੱਕ ਸੇਵਾਦਾਰ ਬਣ ਕੇ ਸੇਵਾ ਕਰ ਰਹੇ ਨੇ। ਸੇਵਾ ਕਰਦਿਆਂ ਇਹਨਾਂ ਦਾ ਜੀਵਨ ਹੈ ਜਿਹੜਾ ਬਿਰਧ ਹੈ, ਵੱਡਾ ਹੈ, ਵੱਡੀ ਉਮਰ ਹੋ ਗਈ ਹੈ। ਤੇ ਇੱਕ ਦਿਨ ਵੀ ਇਸ ਤਰ੍ਹਾਂ ਦਾ ਆ ਗਿਆ, ਦਿਨ ਆ ਗਏ, ਬੜਾ ਝਖੇੜਾ ਆ ਗਿਆ, ਮੀਂਹ ਆ ਗਿਆ, ਚਿੱਕੜ ਹੋ ਗਏ, ਗਾਗਰ ਪਾਣੀ ਦੀ ਚੁੱਕੀ ਹੋਈ ਏ। ਤੁਰੇ ਆਉਂਦਿਆਂ ਨੂੰ ਪੈਰ ਥਿੜਕ ਗਿਆ, ਠੇਡਾ ਲੱਗ ਗਿਆ ਤੇ ਜੁਲਾਹੀ ਦੀ ਜਿੱਥੇ ਖੱਡੀ ਹੁੰਦੀ ਹੈ, ਟੋਆ ਬਣਾਇਆ ਹੁੰਦਾ, ਉੱਥੇ ਡਿੱਗ ਪਏ ਨੇ। ਹੁਣ ਖੜਕਾ ਹੋਇਆ, ਜਦੋਂ ਖੜਕਾ ਹੋਇਆ ਤੇ ਪਰਿਵਾਰ ਦੇ ਵਿੱਚ ਆਪਾਂ ਵਿਚਾਰਾ ਕਰਦੇ ਹਾਂ ਵੀ ਬਾਹਰ ਖੜਕਾ ਹੋਇਆ, ਵੇਖੋ ਕੋਈ ਆਪਣੀ ਚੀਜ਼ ਤਾਂ ਨਹੀਂ ਚੁੱਕ ਕੇ ਲੈ ਕੇ ਜਾਂਦਾ। ਜਲਾਹੇ ਨੇ ਜਲਾਹੀ ਨੂੰ ਪੁੱਛਿਆ ਵੀ ਖੜਕਾ ਹੋਇਆ ਹੈ ਕਿ ਦੇਖਾ ਬਾਹਰ ਕੌਣ ਹੈ? ਤੇ ਉਹ ਕਹਿੰਦੀ ਉਹੀ ਏ ਨਿਮਾਣਾ ਅਮਰੂ। ਹੁਣ ਉਹਨੂੰ ਇਹ ਨਹੀਂ ਨਾ ਪਤਾ ਵੀ ਇਹ ਅਮੋਲੀ ਹੋ ਗਿਆ। ਹੁਣ ਧੰਨ ਗੁਰੂ ਅਮਰਦਾਸ ਜੀ ਦੇ ਮੁਖਾਰਬਿੰਦ ਚੋਂ ਸ਼ਬਦ ਨਿਕਲੇ ਨੇ, ਚੱਲੀਏ ਅਸੀਂ ਤਾਂ ਗੁਰੂ ਵਾਲੇ ਆ। ਹੁਣ ਝੱਲੀ ਹੋ ਗਈ, ਕਮਲੀ ਹੋ ਗਈ, ਇਹ ਅਮੋਲੀ ਹੋ ਗਈ। ਕਿਵੇਂ ਹੋ ਗਈ? ਕਿਉਂਕਿ ਗੁਰੂ ਨੇ ਇਹਦੀ ਸੇਵਾ ਨੂੰ ਪ੍ਰਵਾਨ ਕਰ ਲਿਆ, ਇਹਦੀ ਭਜਨ ਬੰਦਗੀ ਨੂੰ ਪ੍ਰਵਾਨ ਕਰ ਲਿਆ। ਇਹੀ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਇੱਥੇ ਸਾਨੂੰ ਦੱਸਦੇ ਨੇ। ਪ੍ਰਭ ਜੀ ਭਾਣੀ, ਜਦੋਂ ਅਸੀਂ ਵਾਹਿਗੁਰੂ ਦੇ ਭਾਣੇ ਦੇ ਵਿੱਚ ਰਹਿ ਕੇ ਨਾਮ ਜਪਦੇ ਹਾਂ, ਸੇਵਾ ਕਰਦੇ ਹਾਂ, ਭਜਨ ਬੰਦਗੀ ਕਰਦੇ ਹਾਂ ਤੇ ਉਹਨੂੰ ਭਾ ਜਾਂਦੇ ਹਾਂ। ਜਦੋਂ ਉਹਨੂੰ ਭਾ ਜਾਂਦੇ ਹਾਂ ਤੇ ਫਿਰ ਸਾਨੂੰ ਕਿਸੇ ਦੀ ਵੀ ਕੋਈ ਕਾਣ ਨਹੀਂ ਰਹਿੰਦੀ। ਸਫਲ ਜਨਮ ਪਰਵਾਨਾ, ਇਸ ਤਰ੍ਹਾਂ ਸਾਡਾ ਜਨਮ ਹੈ ਜਿਹੜਾ ਸਫਲ ਹੋ ਜਾਂਦਾ ਹੈ, ਵਾਹਿਗੁਰੂ ਪ੍ਰਵਾਨ ਕਰ ਲੈਂਦਾ ਹੈ। ਜਦੋਂ ਪ੍ਰਵਾਨ ਕਰਦਾ ਤੇ ਫਿਰ ਅਸੀਂ ਅਮੋਲਕ ਹੋ ਜਾਂਦੇ ਹਾਂ। ਜਿਵੇਂ ਧੰਨ ਗੁਰੂ ਅਮਰਦਾਸ ਜੀ ਅਮੋਲਕ ਹੋ ਗਏ ਸੀ, ਭਈ ਅਮੋਲੀ। ਤੇ ਅਮੋਲਕ ਹੋਣ ਦਾ ਕਾਰਨ ਕੀ? ਭਾਰਾ ਤੋਲੀ। ਅਤੁੱਲ ਕਿਉਂ ਤੋਲੀਏ? ਉਸ ਨਾ ਤੋਲੇ ਜਾਣ ਵਾਲੇ ਨੂੰ ਕਿਉਂ ਤੋਲੀਏ? ਬਿਨ ਤੋਲੇ ਪਾਇਆ ਨਾ ਜਾਏ। ਬਿਨਾ ਤੋਲਣ ਤੋਂ ਉਹ ਮਿਲਦੇ ਹੀ ਨਹੀਂ। ਭਾਰਾ ਤੋਲੀ, ਗੁਰੂ ਜੀ ਕਹਿੰਦੇ ਨੇ ਉਹ ਸਾਰਿਆਂ ਤੋਂ ਵੱਡਾ ਹੈ ਤੇ ਉਹਨੂੰ ਅਸੀਂ ਤੋਲਣ ਲੱਗ ਗਏ ਸੀ। ਭਾਵ ਉਹਦਾ ਅੰਤ ਕੋਈ ਨਹੀਂ, ਅਕਥ ਹੈ ਤੇ ਅਸੀਂ ਉਹਦੀਆਂ ਕਥਾ ਕਰਨ ਲੱਗ ਗਏ, ਉਹਦੇ ਗੁਣਾਂ ਨੂੰ ਗਾਇਨ ਕਰਨ ਲੱਗ ਗਏ। ਇਸ ਕਰਕੇ ਭਈ ਅਮੋਲੀ ਅਮੋਲਕ ਹੋ ਗਏ। ਇਹ ਸੇਵਾ ਦੇ ਵਿੱਚ ਲੱਗੇ ਸੀ। ਗੁਰੂ ਜੀ ਨੇ ਸੇਵਾ ਵੀ ਦੱਸ ਦਿੱਤੀ ਹੈ। ਭਈ ਅਮੋਲੀ ਭਾਰਾ ਤੋਲੀ, ਉਹ ਪ੍ਰਭੂ ਪਰਮਾਤਮਾ ਜੋ ਸਾਰਿਆਂ ਤੋਂ ਵੱਡਾ ਹੈ, ਬੇਤਾਦ ਹੈ, ਜਿੰਦਾ ਅੰਤ ਹੀ ਕੋਈ ਨਹੀਂ, ਜਿੰਦੀਆਂ ਕਥਾ ਵਿਚਾਰਾਂ ਜਿਹੜੀਆਂ ਨੇ ਉਹ ਕਥੀਆਂ ਨਹੀਂ ਜਾ ਸਕਦੀਆਂ। ਜਦੋਂ ਅਸੀਂ ਉਹਦੇ ਨਾਲ ਜੁੜ ਗਏ, ਉਸ ਦੇ ਨਾਮ ਨੂੰ ਜਪਣ ਲੱਗ ਗਏ, ਉਹਦਾ ਜਸ ਗਾਇਨ ਕਰਨ ਲੱਗ ਗਏ ਤੇ ਫਿਰ ਭਈ ਇਸ ਤਰ੍ਹਾਂ ਅਮੋਲਕ ਹੋ ਗਏ। ਤੇ ਅਮੋਲਕ ਹੋਏ ਨੂੰ ਪ੍ਰਾਪਤ ਕੀ ਹੁੰਦਾ? ਮੁਕਤ ਜੁਗਤ ਦਰ ਖੋਲਾ। ਉਹ ਪ੍ਰਭੂ ਪਰਮਾਤਮਾ ਦਾ ਜਿਹੜਾ ਮੁਕਤੀ ਵਾਲਾ ਦਰ ਹੈ ਨਾ, ਖੋਲਣ ਦੀ ਜੁਗਤ ਆ ਗਈ। ਜੁਗਤ ਦਾ ਅਰਥ ਹੁੰਦਾ ਤਰੀਕਾ। ਮੁਕਤ ਜੁਗਤ ਦਰ ਖੋਲਾ, ਉਹ ਪ੍ਰਭੂ ਪਰਮਾਤਮਾ ਦਾ ਜਿਹੜਾ ਦਰ ਹੈ, ਦਰਵਾਜ਼ਾ ਹੈ, ਖੋਲਾ। ਉਹਨੂੰ ਖੋਲਣਾ ਕਿਵੇਂ ਹੈ? ਇਹ ਜੁਗਤ, ਇਹ ਸਾਨੂੰ ਤਰੀਕਾ ਆ ਗਿਆ ਹੈ ਜੀ। ਕਹੋ ਨਾਨਕ ਹਾਂ ਨਿਰਭਉ ਹੋਈ, ਸੋ ਪ੍ਰਭ ਮੇਰਾ ਔਲਾ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਸੱਚੇ ਸਤਿਗੁਰੂ, ਅਸੀਂ ਭੈ ਤੋਂ ਰਹਿਤ ਹੋ ਗਏ। ਨਿਰਭਉ ਦਾ ਅਰਥ ਹੁੰਦਾ ਭੈ ਤੋਂ ਰਹਿਤ ਹੋ ਜਾਣਾ। ਅਸੀਂ ਭੈ ਤੋਂ ਰਹਿਤ ਹੋ ਗਏ, ਕੋਈ ਕਿਸੇ ਪ੍ਰਕਾਰ ਦਾ ਭੈ ਨਹੀਂ, ਡਰ ਨਹੀਂ। ਸੋ ਪ੍ਰਭ ਮੇਰਾ ਔਲਾ, ਕਿਉਂਕਿ ਪ੍ਰਭੂ ਪਰਮਾਤਮਾ ਸਾਡਾ ਹੁਣ ਪਰਦਾ ਬਣ ਗਿਆ। ਉਹ ਸਾਡੇ ਪਰਦੇ ਢੱਕਣ ਵਾਲਾ ਬਣ ਗਿਆ, ਸਾਡੇ ਨਾਲ ਦਾ ਬਣ ਗਿਆ, ਸਾਡੇ ਤੇ ਰਹਿਮਤ ਕਿਰਪਾ ਕਰਨ ਵਾਲਾ ਬਣ ਗਿਆ। ਇਸ ਕਰਕੇ ਹੁਣ ਸਾਨੂੰ ਕਿਸੇ ਪ੍ਰਕਾਰ ਦਾ ਕੋਈ ਵੀ ਡਰ ਨਹੀਂ ਰਿਹਾ। ਇਤਨੀ ਕੁ ਸੇਵਾ ਸੰਗਤ ਨੇ ਪ੍ਰਵਾਨ ਕਰਨੀ। ਸੱਚੇ ਸਤਿਗੁਰ ਕਿਰਪਾ ਕਰ, ਰਹਿਮਤ ਕਰਨ।
ਆਪ ਜੀ ਦੇ ਦਰ ਦਾ ਪਿਆਰ, ਆਪ ਜੀ ਦੇ ਦਰ ਤੋਂ ਨਾਮ ਦੀ ਦਾਤ ਸਾਨੂੰ ਪ੍ਰਾਪਤ ਹੋਵੇ। ਅਸੀਂ ਵੀ ਉਸ ਦੇ ਨਾਮ ਦੇ ਨਾਲ, ਸਿਮਰਨ ਦੇ ਨਾਲ ਜੁੜ ਕੇ ਆਪਣਾ ਜੀਵਨ ਇਹਨੂੰ ਸਫਲ ਕਰੀਏ। ਦੇਹੋ ਸੱਜਣ ਆਸੀਸੜੀਆ, ਜੋ ਹੋਵੇ ਸਹਿਬ ਸਿਉ ਮੇਲ।